ਲਰਨ ਪੰਜਾਬੀ ਵਿਦ ਜਗਜੀਤ ਸਰ। ਇਸ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫੇਰ ਸਵਾਗਤ ਹੈ। ਇਸ ਤੋਂ ਪਹਿਲਾਂ ਵੀਡੀਓ ਆਪ ਜੀ ਦੇਖੋ, ਮੈਂ ਆਪ ਨੂੰ ਬੇਨਤੀ ਕਰਦਾ ਹਾਂ ਕਿ ਨਵੀਆਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਜੇਕਰ ਇਹ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ। ਲਰਨ ਪੰਜਾਬੀ ਵਿੱਚ ਜਗਜੀਤ ਸਰ ਇਸ ਚੈਨਲ ਤੇ ਆਪ ਸਾਰੇ ਸਿੱਖਿਆਰਥੀਆਂ ਵਿਦਿਆਰਥੀਆਂ ਦਾ ਸਵਾਗਤ ਹੈ ਜਿਹੜੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਨੇ ਐਜ਼ ਵਿਦਿਆਰਥੀ, ਜਿਨ੍ਹਾਂ ਨੇ ਅੱਗੇ ਵਧ ਕੇ ਮਾਂ ਬੋਲੀ ਦੀ ਸੇਵਾ ਭਵਿੱਖ ਵਿੱਚ ਕਰਨੀ ਹੈ ਔਰ ਆਪਣੇ ਅਗਲੀ ਆਉਣ ਵਾਲੀ ਪੀੜ੍ਹੀ ਨੂੰ ਇਸ ਸੌਗਾਤ ਨੂੰ ਸੌਂਪਣਾ ਹੈ। ਅਸੀਂ ਉਹਨਾਂ ਨੂੰ ਸਭ ਨੂੰ ਜੀ ਆਇਆਂ ਆਖਦੇ ਹਾਂ। ਅੱਜ ਸਾਡੀ ਨਵੀਂ ਵੀਡੀਓ ਹੈ, ਇਕਾਂਗੀ ਹੈ ਸਿਰਜਣਾ ਔਰ ਪੁਸਤਕ ਹੈ ਵੰਨਗੀ 9ਵੀਂ ਜਮਾਤ ਵਿੱਚ। ਇਸ ਤੋਂ ਇਲਾਵਾ ਕਿਸੇ ਹੋਰ ਜਮਾਤ ਵਿੱਚ ਵੀ ਹੋ ਸਕਦੀ ਹੈ, ਪਰ ਅਸੀਂ ਨਾਟਕ ਤੇ ਆਧਾਰਿਤ ਰਹਿੰਦੇ ਹਾਂ, ਨਾਟਕ ਤੇ ਕੇਂਦਰਿਤ ਰਹਿੰਦੇ ਹਾਂ। ਇਹ ਇਕਾਂਗੀ ਨਹੀਂ, ਇੱਕ ਅੰਗ ਵਾਲਾ ਨਾਟਕ ਨਹੀਂ, ਛੋਟਾ ਨਾਟਕ। ਇਕਾਂਗੀਕਾਰ ਨੇ ਪਾਲੀ ਭੁਪਿੰਦਰ ਸਿੰਘ। ਪਾਲੀ ਭੁਪਿੰਦਰ ਸਿੰਘ ਨੇ ਜੋ ਅੱਜ ਦੇ ਸਮੇਂ ਦੀ ਨਹੀਂ, ਇਹ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਜਿਹੜੀ ਗੱਲ ਹੈ, ਪਰੰਤੂ ਉਸਦਾ ਰੂਪ ਅੱਜ ਕੱਲ੍ਹ ਬੜਾ ਐਡਵਾਂਸ ਹੋ ਗਿਆ, ਉਹ ਹੈ ਭਰੂਣ ਹੱਤਿਆ। ਭਰੂਣ ਹੱਤਿਆ ਐਸੀ ਸਮਾਜਿਕ ਬਿਮਾਰੀ, ਐਸਾ ਸਮਾਜਿਕ ਰੋਗ ਹੈ, ਐਸਾ ਸਮਾਜਿਕ ਸਮੱਸਿਆ ਹੈ ਜਿਸ ਨੇ ਪੰਜਾਬ ਹਰਿਆਣਾ ਵਰਗੇ ਪ੍ਰਾਂਤਾਂ ਵਿੱਚ, ਸਟੇਟਸ ਵਿੱਚ ਇੱਕ ਬੜੀ ਗੰਭੀਰ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਧੀ ਨਹੀਂ ਚਾਹੀਦੀ, ਕਿਉਂਕਿ ਧੀ ਹੋਏਗੀ ਤਾਂ ਸਾਨੂੰ ਜਾਇਦਾਦ ਵੰਡਾਣੀ ਪਏਗੀ, ਸਾਨੂੰ ਕਿਸੇ ਅੱਗੇ ਝੁਕਣਾ ਪਏਗਾ। ਇਸ ਕਰਕੇ ਪਤਾ ਕਰੋ ਵੀ ਆਉਣ ਵਾਲਾ ਬੱਚਾ ਧੀ ਹੈ ਜਾਂ ਪੁੱਤਰ। ਜੇ ਧੀ ਹੈ ਤਾਂ ਉਸਨੂੰ ਕੁੱਖ ਵਿੱਚ ਹੀ ਮਰਵਾ ਦੇਣ ਦਾ ਜੋ ਪਰੰਪਰਾ ਚੱਲ ਰਹੀ ਹੈ ਔਰ ਪੰਜਾਬ ਵਿੱਚ ਇਤਨੀ ਜ਼ਿਆਦਾ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਕਿ ਕੁਦਰਤ ਦੇ ਜੋ ਸੰਤੁਲਨ, ਜੋ ਉਸਦਾ ਤਵਾਜ਼ਨ ਹੈ, ਉਸ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਲਓ ਜੀ, ਅਸੀਂ ਨਾਟਕ ਵੱਲ ਮੁੜਦੇ ਹਾਂ। ਮੁੱਖ ਸਮੱਸਿਆ ਇਸ ਦੀ ਭਰੂਣ ਹੱਤਿਆ। ਵੀ ਕੁੜੀ ਬਾਰੇ ਉਸਦੇ ਜਨਮ ਤੋਂ ਹੀ ਜੋ ਰਵੱਈਆ, ਉਸਦਾ ਭੇਦਭਾਵਪੂਰਨ ਰਵੱਈਆ ਅਪਣਾ ਲਿਆ ਜਾਂਦਾ ਹੈ ਔਰ ਦੁੱਖ ਦੀ ਗੱਲ ਹੈ ਕਿ ਇਹ ਜੋ ਭੇਦਭਾਵਪੂਰਨ ਰਵੱਈਆ ਕੁੜੀ ਦੇ ਅਗੇਂਸਟ ਹੈ, ਇਸ ਨੂੰ ਸੋਚਣ ਵਾਲੀ, ਇਸ ਤੇ ਐਗਜ਼ੀਕਿਊਟ ਯਾਨੀ ਇਸ ਨੂੰ ਕਾਰਗੁਜ਼ਾਰੀ ਕਰਨ ਵਾਲੀ ਉਹ ਵੀ ਇੱਕ ਔਰਤ, ਇੱਕ ਇਸਤਰੀ, ਇੱਕ ਨਾਰੀ ਹੈ। ਯਾਨੀ ਨਾਰੀ ਹੀ ਜਦੋਂ ਨਾਰੀ ਦੇ ਖਿਲਾਫ ਕੰਮ ਕਰਦੀ ਹੈ ਤਾਂ ਇਹ ਜੋ ਸਮਾਜ ਵਿੱਚ ਜੋ ਲਿੰਗ ਭੇਦ ਯਾਨੀ ਜੋ ਮੁੰਡੇ ਤੇ ਕੁੜੀ ਦਾ ਫਰਕ ਹੈ, ਜਾਂ ਜੋ ਲਿੰਗ ਅਨੁਪਾਤ ਯਾਨੀ ਜੋ ਜੈਂਡਰ ਰੇਸ਼ੋ, ਉਸ ਵਿੱਚ ਕਿੰਨਾ ਗੰਭੀਰ ਜਿਹੜਾ ਉਹ ਅਸਰ ਦੇਖਣ ਨੂੰ ਮਿਲ ਰਿਹਾ ਹੈ, ਇਸ ਬਾਰੇ ਗੱਲ ਕਰਦੀ ਹੈ। ਸਮਾਜ ਵਿੱਚ ਜੇ ਬਦਲਾਵ ਲਿਆਉਣਾ ਹੈ, ਜੇ ਸਮਾਜ ਵਿੱਚ ਚੰਗਿਆਈ ਲਿਆਉਣੀ ਹੈ, ਤਾਂ ਸਾਨੂੰ ਧੀ ਪੁੱਤਰ ਦੇ ਅੰਤਰ ਨੂੰ ਖਤਮ ਕਰਨਾ ਪਏਗਾ। ਧੀ ਔਰ ਪੁੱਤਰ ਨੂੰ ਇੱਕ ਸਮਾਨ ਜਿਹੜਾ ਨਾ ਉਹ ਆਦਰ, ਇੱਕ ਸਮਾਨ ਪਰਵਰਿਸ਼ ਕਰਨੀ ਪਏਗੀ। ਇਹ ਜਾਗਰੂਕਤਾ ਵਾਲਾ ਇੱਕ ਨਾਟਕ ਹੈ, ਇੱਕ ਇਕਾਂਗੀ ਹੈ ਜੋ ਸੁਨੇਹਾ ਦਿੰਦਾ ਹੈ ਕਿ ਇਸਤਰੀ ਜਾਤ ਨੂੰ ਹੀ ਭਰੂਣ ਹੱਤਿਆ ਦੇ ਖਿਲਾਫ ਆਵਾਜ਼ ਉਠਾਉਣੀ ਪਏਗੀ। ਜੇ ਇਸਤਰੀ ਜਾਤੀ ਹੀ ਜਾਗਰੂਕ ਨਾ ਹੋਈ ਤਾਂ ਫਿਰ ਪੰਜਾਬ ਵਰਗੇ ਇੰਨੇ ਅਗਾਂਹ ਵਧੂ ਪ੍ਰਦੇਸ਼ ਵਿੱਚ, ਅਗਾਂਹ ਵਧੂ ਸਟੇਟ ਵਿੱਚ ਇਹ ਬੜੀ ਵਿਕਟ ਸਮੱਸਿਆ ਖੜੀ ਹੋ ਸਕਦੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਆਪਣੇ ਮੁੰਡੇ ਜੰਮਣ ਦਾ ਤਾਂ ਸ਼ੌਂਕ ਹੈ, ਪਰੰਤੂ ਜੋ ਮੁੰਡੇ ਲਈ ਨੂੰਹਾਂ ਨੇ, ਜੋ ਉਹਨਾਂ ਦੀਆਂ ਪਤਨੀਆਂ ਬਣਨਗੀਆਂ, ਉਹ ਉਹਨਾਂ ਨੂੰ ਮਿਲਦੀਆਂ ਨਹੀਂ। ਇਸ ਕਰਕੇ ਉਹਨਾਂ ਨੂੰ ਖਰੀਦ ਕੇ, ਯਾਨੀ ਉਹਨਾਂ ਨੂੰ ਜਿੱਦਾਂ ਕੋਈ ਸਬਜ਼ੀ ਭਾਜੀਆਂ ਹੋਰ ਚੀਜ਼ ਖਰੀਦਦੇ ਆ, ਇੱਦਾਂ ਹੀ ਕਿਸੇ ਹੋਰ ਪ੍ਰਾਂਤ ਤੋਂ ਉਹਨਾਂ ਦਾ ਮੁੱਲ ਦੇ ਕੇ, ਖਰੀਦ ਕੇ ਫਿਰ ਆਪਣੇ ਬੱਚਿਆਂ ਦੇ ਘਰ ਵਸਾਉਣੇ ਪੈਂਦੇ ਆ। ਇਹ ਬਹੁਤ ਹੀ ਜ਼ਿਆਦਾ ਦੁਖਦਾਈ ਸਥਿਤੀ ਹੈ ਪੰਜਾਬ ਦੇ, ਅਣਖੀ ਪੰਜਾਬ ਦੇ ਲੋਕਾਂ ਦੇ ਲਈ। ਦੂਜੀ ਗੱਲ ਇਹ ਵੀ ਆਉਂਦੀ ਵੀ ਨਾਰੀ ਲਈ, ਇਸਤਰੀ ਲਈ ਅਹਿਮ ਫੈਸਲੇ ਆਪ ਖੁਦ ਕਰਨ ਦਾ ਸਮਾਂ ਆ ਗਿਆ ਹੈ। ਜ਼ਿੰਦਗੀ ਦੇ ਅਹਿਮ ਫੈਸਲੇ ਲੈਣ ਸਮੇਂ ਇੱਕ ਇਸਤਰੀ ਨੂੰ, ਇੱਕ ਨਾਰੀ, ਇੱਕ ਪਤਨੀ ਨੂੰ ਪਤੀ ਦਾ ਸਾਥ ਤੇ ਸਮਰਥਨ ਹੋਣਾ ਜ਼ਰੂਰ ਚਾਹੀਦਾ ਹੈ, ਕਿਉਂਕਿ ਜਦ ਤੱਕ ਉਸਨੂੰ ਕਿਸੇ ਜੀਵਨ ਸਾਥੀ ਯਾਨੀ ਆਪਣੇ ਜੀਵਨ ਸਾਥੀ ਦਾ ਸੰਪੂਰਨ ਤੌਰ ਤੇ ਹਾਰਦਿਕ ਯਾਨੀ ਦਿਲੋਂ ਸਮਰਥਨ ਨਹੀਂ ਮਿਲਦਾ, ਇਸ ਤਰ੍ਹਾਂ ਦਾ ਸਟੈਪ, ਇਸ ਤਰ੍ਹਾਂ ਦਾ ਬੋਲਡ, ਇਸ ਤਰ੍ਹਾਂ ਦਾ ਜੋ ਹਿੰਮਤ ਵਾਲਾ ਸਟੈਪ ਉਹ ਨਹੀਂ ਚੱਕ ਸਕਦੀ। ਤੇ ਇੱਥੇ ਜਦੋਂ ਗੱਲ ਕਰਦੇ ਹਾਂ ਸਿਰਲੇਖ ਦੀ, ਤੇ ਸਿਰਲੇਖ ਹੈ ਸਿਰਜਣਾ। ਕੀ ਸਿਰਜਣਾ ਸਿਰਲੇਖ ਢੁਕਵਾਂ ਹੈ ਕਿ ਨਹੀਂ, ਇਹ ਐਪਰੋਪਰੀਏਟ ਹੈ ਕਿ ਨਹੀਂ, ਇਸ ਤੇ ਫਿੱਟ ਬੈਠਦਾ ਕਿ ਨਹੀਂ, ਤੇ ਸਾਨੂੰ ਪਤਾ ਲੱਗਦਾ ਹੈ ਸਿਰਜਣਾ ਦਾ ਮਤਲਬ ਹੈ ਪੈਦਾ ਕਰਨਾ, ਰਚਨਾ ਕਰਨਾ। ਔਰ ਇੱਕ ਮਾਂ ਵੱਲੋਂ ਆਪਣੀ ਕੁੱਖ ਤੋਂ, ਆਪਣੇ ਅੰਦਰੋਂ ਕਿਸੇ ਬੱਚੇ ਦੀ ਸਿਰਜਣਾ ਕਰਨਾ, ਇਹ ਰੱਬ ਵਰਗਾ ਇੱਕ ਮਹਾਨ ਕਾਰਜ ਹੈ। ਜੋ ਰੱਬ ਪੂਰੀ ਦੁਨੀਆ ਦੀ ਰਚਨਾ ਕਰਦਾ ਹੈ, ਇੱਕ ਮਾਂ ਆਪਣੇ ਬੱਚੇ ਦੀ ਰਚਨਾ ਕਰਦੀ ਹੈ, ਯਾਨੀ ਬਹੁਤ ਮਹਾਨ ਕਾਰਜ ਹੈ। ਇੱਥੇ ਸਿਰਜਣਾ ਨਾਮੀ ਇੱਕ ਜਿਹੜੀ ਔਰਤ ਹੈ, ਇੱਕ ਨਾਰੀ ਹੈ, ਜਿਸ ਨਾਲ ਸਾਰੀ ਸਮੱਸਿਆ ਪੇਸ਼ ਆ ਰਹੀ ਹੈ, ਉਸ ਨੇ ਆਪਣੇ ਦ੍ਰਿਸ਼ਟੀਕੋਣ ਨਾਲ, ਆਪਣੇ ਖਿਆਲਾਤ ਨਾਲ ਇੱਕ ਨਵੇਂ ਸਮਾਜ ਦੀ ਸਿਰਜਣਾ ਕਰਨੀ ਹੈ। ਕਿਹੜੇ ਸਮਾਜ ਦੀ? ਜਿਸ ਵਿੱਚ ਇਸਤਰੀ ਜਾਤੀ ਨੂੰ ਪੂਰਨ ਹੱਕ ਹੋਵੇ ਆਪਣੇ ਫੈਸਲੇ ਕਰਨ ਦਾ, ਆਪਣੀ ਚੰਗਿਆਈ ਬੁਰਾਈ ਨੂੰ ਆਪ ਨਜਿੱਠਣ ਦਾ, ਔਰ ਨਾਲ ਹੀ ਜੋ ਸਮਾਜ ਵਿੱਚ ਹੈ ਭਰੂਣ ਹੱਤਿਆ ਨਾਮੀ ਜਿਹੜਾ ਬਹੁਤ ਜ਼ਹਿਰ ਘੁਲ ਰਿਹਾ ਹੈ, ਬਹੁਤ ਜ਼ਿਆਦਾ ਸਮਾਜਿਕ ਕੁਰੀਤੀ ਫੈਲੀ ਹੈ, ਐਸੀ ਸੋਚ ਦਾ ਬਦਲਾਵ ਕਰਨਾ ਔਰ ਨਵੇਂ ਸਮਾਜ ਦੀ ਸਿਰਜਣਾ ਕਰਨੀ ਹੈ।
ਨਵੇਂ ਬਦਲਾਵ ਦੀ ਸਿਰਜਣਾ ਕਰਨੀ ਹੈ। ਜਦੋਂ ਇਸ ਵਿੱਚ ਸਿਰਜਣਾ ਨਾਮੀ ਜਿਹੜੀ ਮੁੱਖ ਪਾਤਰ ਹੈ, ਜਿਹੜੀ ਨਾਰੀ ਪਾਤਰ ਹੈ, ਜਦੋਂ ਉਹ ਆਪਣੇ ਫੈਸਲੇ ਆਪ ਲੈ ਕੇ ਹਰ ਸਮਾਜ ਦੇ ਨਿਯਮ ਤੋਂ ਕਾਨੂੰਨ ਤੋਂ ਆਪਣੀ ਸੱਸ ਯਾਨੀ ਬੀਜੀ ਤੋਂ ਬਗਾਵਤ ਕਰਦੀ ਹੈ ਤਾਂ ਫਿਰ ਉਹ ਉਸ ਸਮੇਂ ਇੱਕ ਨਵੇਂ, ਇੱਕ ਜਾਗਰੂਕ, ਇੱਕ ਅਗਾਂਹ-ਵਧੂ ਨਾਰੀਵਾਦੀ ਸਮਾਜ ਦੀ ਸਿਰਜਣਾ ਕਰ ਰਹੀ ਹੈ। ਇਸ ਕਰਕੇ ਜੋ ਸਿਰਜਣਾ ਸਿਰਲੇਖ ਹੈ ਉਹ ਪੂਰੀ ਤਰ੍ਹਾਂ ਟੁਕਦਾ ਹੈ। ਅਸੀਂ ਪਾਤਰਾਂ ਦੀ ਗੱਲ ਬਾਅਦ 'ਚ ਵੀ ਕਰਾਂਗੇ। ਇਸ ਵਿੱਚ ਪਾਤਰਾਂ ਨੂੰ ਮੁੱਖ ਤੌਰ ਤੇ ਦੱਸਾਂ, ਇੱਕ ਸਿਰਜਣਾ ਨਾਮ ਦੀ ਕੁੜੀ ਹੈ ਜਾਂ ਕਹਿ ਲਓ ਨਾਰੀ ਹੈ, ਔਰਤ ਹੈ, ਤੇ ਉਹ 28 ਤੋਂ 29 ਸਾਲ ਦੇ ਵਿੱਚ ਯਾਨੀ 28-29 ਸਾਲ ਦੀ ਹੈ, ਘਰ ਦੀ ਨੂੰਹ ਹੈ। ਉਸ ਦਾ ਪਤੀ ਹੈ ਕੁਲਦੀਪ ਜੋ ਬਹੁਤ ਅਮੀਰ ਬੰਦਾ ਹੈ, ਉਹਦੇ 40 ਕਿੱਲੇ ਜ਼ਮੀਨ ਹੈ ਔਰ ਉਹਦਾ ਸ਼ੈਲਰ ਹੈ। ਸ਼ੈਲਰ ਦਾ ਮਤਲਬ ਹੈ ਵੀ ਜਿਹੜੀ ਧਾਨ ਹੁੰਦੀ ਹੈ ਜਾਂ ਜਿਹੜੇ ਜੀਰੀ ਹੁੰਦੀ ਹੈ, ਨਹੀਂ ਚੌਲ ਹੁੰਦੇ, ਉਹਨਾਂ ਵਿੱਚੋਂ ਛਿਲਕਾ ਹਟਾਉਣ ਦੀ ਜਿਹੜੀ ਮਸ਼ੀਨ ਹੈ ਉਸ ਵਿੱਚੋਂ ਉਹਦਾ ਦਾਣਾ ਔਰ ਜੋ ਉਹਦਾ ਜੋ ਫੱਕ ਹੈ, ਉਸਦਾ ਜਿਹੜਾ ਉੱਪਰਲਾ ਜਿਹੜਾ ਕਵਰ ਹੈ ਉਸ ਨੂੰ ਅਲੱਗ ਕਰਨ ਲਈ ਜਿਹੜੀ ਮਸ਼ੀਨ ਉਸ ਨੂੰ ਸ਼ੈਲਰ ਕਹਿੰਦੇ। ਇਹ ਮਿੱਲ ਹੁੰਦੀ ਹੈ, ਚੌਲਾਂ ਤੋਂ ਜਿਹੜਾ ਉਸਦਾ ਛਿਲਕਾ ਹੈ ਔਰ ਜੋ ਉਸਦਾ ਫੱਕ ਹੈ ਉਸ ਨੂੰ ਉਤਾਰ ਦਿੰਦੇ ਹੈ। ਬੀਜੀ ਹੈ, ਸੱਸ ਹੈ, ਰੂੜੀਵਾਦੀ ਹੈ, ਦੁਸ਼ਟ ਪਾਤਰ ਹੈ। ਇਹ ਕੀ ਕਰਦੀ ਹੈ? ਇਸ ਤੋਂ ਇਲਾਵਾ ਡਾਕਟਰ ਹੈ ਜਿਹੜੀ ਬਹੁਤ ਜਾਗਰੂਕ ਤੇ ਜ਼ਿੰਮੇਵਾਰ ਡਾਕਟਰ ਹੈ। ਇੱਕ ਹੈ ਮਾਸੀ, ਸਫਾਈ ਕਰਮਚਾਰੀ ਹੈ, ਉਹ ਔਰਤ ਜਾਤੀ ਦੇ ਪ੍ਰਤੀ ਹਮਦਰਦੀ ਦੀ ਭਾਵਨਾ ਰੱਖਦੀ ਹੈ। ਇਸ ਦੇ ਆਧਾਰ ਤੇ ਅਸੀਂ ਹੁਣ ਇਸ ਨਾਟਕ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਔਰ ਨਾਲ ਹੀ ਬਾਅਦ 'ਚ ਫਿਰ ਸਾਰੇ ਜਿਤਨੇ ਵੀ ਪਾਤਰ ਨੇ ਉਹਨਾਂ ਦੀ ਪਾਤਰ ਸਿਰਜਣਾ, ਕਰੈਕਟਰ ਸਕੈਚ ਕਰਾਂਗੇ। ਲਓ ਜੀ, ਅਸੀਂ ਸ਼ੁਰੂ ਕਰਦੇ ਹਾਂ ਇਸ ਇਕਾਂਗੀ ਦਾ ਮੂਲ ਪਾਠ। ਪੇਜ ਨੰਬਰ 161, ਹੈਡਿੰਗ ਹੈ ਇਕਾਂਗੀ ਦਾ ਨਾਮ ਹੈ ਸਿਰਜਣਾ। ਪਾਲੀ ਭੁਪਿੰਦਰ ਸਿੰਘ। ਪਾਤਰਾਂ ਬਾਰੇ ਗੱਲ ਸੁਣੋ। ਸਿਰਜਣਾ ਉਮਰ ਹੈ 28-29 ਸਾਲ। ਕੁਲਦੀਪ ਉਸਦਾ ਪਤੀ ਹੈ, ਬੀਜੀ ਉਸਦੀ ਸੱਸ ਹੈ, ਮਾਸੀ ਹਸਪਤਾਲ ਵਿੱਚ ਸਫਾਈ ਸੇਵਿਕਾ ਹੈ ਯਾਨੀ ਉਹ ਸਫਾਈ ਕਰਮਚਾਰੀ ਹੈ, ਡਾਕਟਰਨੀ ਹੈ ਤੇ 2 ਨਰਸਾਂ ਹੋਰ ਨੇ। ਦ੍ਰਿਸ਼ ਪੇਸ਼ ਕਰਦੇ ਨੇ ਕਲੀਨਿਕ ਦਾ ਅੰਦਰਲਾ ਦ੍ਰਿਸ਼ ਹੈ ਯਾਨੀ ਜੋ ਕਲੀਨਿਕ ਦਾ ਅੰਦਰਲਾ ਕਮਰਾ ਹੈ। ਮਾਸੀ ਦਾ ਮਤਲਬ ਸਫਾਈ ਕਰ, ਸਾਰੇ ਉਸ ਨੂੰ ਮਾਸੀ ਕਹਿੰਦੇ, ਸਫਾਈ ਕਰਮਚਾਰੀ ਹੈ, ਤੇ ਹੱਥ ਚਲਾਉਂਦੀ ਹੋਈ ਸਫਾਈ ਕਰ ਰਹੀ ਹੈ। ਦਰਵਾਜ਼ਾ ਖੁੱਲਦਾ ਹੈ। ਬੀਜੀ ਯਾਨੀ ਜੋ ਬਜ਼ੁਰਗ ਇਸਤਰੀ ਹੈ ਅਤੇ ਸਿਰਜਣਾ ਯਾਨੀ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਵੀ 28-29 ਸਾਲ ਦੀ ਜੋ ਕੁੜੀ ਹੈ ਜਾਂ ਜੋ ਨੂੰਹ ਹੈ ਉਸ ਬਾਰੇ ਗੱਲ ਕਰ ਰਹੇ ਹਾਂ। ਬੀਜੀ ਅਤੇ ਸਿਰਜਣਾ ਅੰਦਰ ਆਉਂਦੀਆਂ ਨੇ। ਬੀਜੀ ਮਾਸੀ ਨੂੰ, ਡਾਕਟਰ ਸਾਹਿਬ ਨਹੀਂ ਆਏ ਹਾਲੇ? ਮਾਸੀ ਥੋੜਾ ਤਲਖੀ ਯਾਨੀ ਥੋੜੇ ਗੁੱਸੇ ਨਾਲ, ਸਫਾਈ ਚਲਦੀ ਪਈ ਹੈ, ਦੀਦਾ ਨਹੀਂ ਤੁਹਾਨੂੰ? ਤੁਸੀਂ ਜੁੱਤੀਆਂ ਲੈ ਕੇ ਅੰਦਰ ਆ ਗਏ, ਸਾਰੇ ਪੈਰਾਂ ਦੇ ਛਾਪੇ ਲੱਗ ਜਾਣੇ ਨੇ। ਫਿਰ ਡਾਕਟਰ ਸਾਹਿਬ ਆ ਕੇ ਮੈਨੂੰ ਝਿੜਕਾ ਦੇਣਗੇ, ਆਪਰੇਸ਼ਨ ਥੀਏਟਰ 'ਚ ਨੇ, ਆਪਰੇਸ਼ਨ ਥੀਏਟਰ ਯਾਨੀ ਆਪਰੇਸ਼ਨ ਥੀਏਟਰ ਵਿੱਚ ਨੇ, ਆ ਜਾਂਦੇ ਹੈਗੇ। ਕਾਹਲੀ ਨਾਲ ਬੌਕਰ ਲੈ ਕੇ ਯਾਨੀ ਝਾੜੂ ਲੈ ਕੇ ਚਲੀ ਜਾਂਦੀ ਹੈ। ਬੀਜੀ ਬੜੇ ਗੁੱਸੇ ਨਾਲ ਉਸਨੂੰ ਜਾਂਦੀ ਨੂੰ ਦੇਖਦੀ ਹੈ ਕਿਉਂਕਿ ਅਮੀਰ ਘਰ ਦੀ ਹੈ ਨਾ ਬੀਜੀ, ਅਮੀਰ ਘਰ ਦੀ ਹੈ, 40 ਕਿੱਲੇ ਜ਼ਮੀਨ ਹੈ, ਸ਼ੈਲਰ ਹੈ ਉਹਨਾਂ ਦਾ, ਤੇ ਐਸਾ ਛੋਟਾ ਸਫਾਈ ਕਰਮਚਾਰੀ ਜੇ ਉਹਨਾਂ ਨੂੰ ਗੱਲ ਕਰ ਜੇ, ਝਿੜਕ ਜਾਵੇ ਤਾਂ ਬੜੀ ਮਾੜੀ ਗੱਲ ਉਹ ਸੋਚਦੀ ਹੈ। ਬੀਜੀ ਬੜੀ ਬਦਤਮੀਜ਼ ਹੈ। ਬੋਲਦੀ ਕਿੱਦਾਂ ਹੈ? ਨਰਸ ਆਉਂਦੀ ਹੈ, ਨਰਸ ਬੋਲਣ ਵਿੱਚ ਇੱਦਾਂ ਦੀ ਹੈ, ਉਂਝ ਦਿਲ ਦੀ ਚੰਗੀ ਹੈ। ਬੈਠੋ ਤੁਸੀਂ, ਡਾਕਟਰ ਸਾਹਿਬ ਆਉਣ ਹੀ ਵਾਲੇ ਨੇ, ਅਲਟਰਾਸਾਊਂਡ ਲਈ ਆਏ ਹੋ। ਹੁਣ ਅਲਟਰਾਸਾਊਂਡ ਕੀ ਚੀਜ਼ ਹੈ ਇਸ ਬਾਰੇ ਤੁਸੀਂ ਗੂਗਲ ਤੇ ਜਾ ਕੇ ਜ਼ਰੂਰ ਸਰਚ ਕਰਨਾ ਵੀ ਇਸ ਤਰ੍ਹਾਂ ਦੀ ਮਸ਼ੀਨ ਹੈ ਜਿਸ ਵਿੱਚ ਇੱਕ ਅਲਟਰਾ ਨਹੀਂ ਬਹੁਤ ਬਾਰੀਕ ਧੁਨੀਆਂ ਨਿਕਲਦੀਆਂ ਨੇ, ਆਵਾਜ਼ਾਂ ਨਿਕਲਦੀਆਂ ਨੇ। ਉਹਨਾਂ ਦੀ ਇਹ ਖਾਸੀਅਤ ਹੈ ਵੀ ਉਹ ਕਿਸੇ ਠੋਸ ਚੀਜ਼ ਤੇ ਟਕਰਾ ਕੇ ਉਸ ਨੂੰ ਵਾਪਸ ਆਉਣ ਦੀ ਗਤੀ ਦੇ ਨਾਲ ਉਸ ਦਾ ਇੱਕ ਚਿੱਤਰ ਤਿਆਰ ਕਰਦੀਆਂ ਨੇ ਯਾਨੀ ਉਹਨਾਂ ਸੂਚਨਾ, ਉਹਨਾਂ ਜੋ ਬੈਕ ਬਾਉਂਸ ਨੇ ਉਸ ਆਵਾਜ਼ ਦੇ, ਸਾਊਂਡ ਦੇ, ਉਸ ਦੇ ਹਿਸਾਬ ਨਾਲ ਆਪਣੇ ਵੱਲੋਂ ਉਸ ਨੂੰ ਐਨਾਲਾਈਜ਼ ਕਰਕੇ ਇਸ ਤਰ੍ਹਾਂ ਦਾ ਇੱਕ ਚਿੱਤਰ ਬਣਾ ਦਿੰਦੀਆਂ ਵੀ ਜਿਹੜਾ ਅਣਦਿਸਦਾ ਸਰੀਰ ਦੇ ਅੰਦਰਲਾ ਅੰਗ ਹੈ ਜਾਂ ਜੋ ਵੀ ਉਸ ਦੇ ਅੰਦਰ ਦੀ ਹਾਲਤ ਹੈ ਉਸ ਦਾ ਇੱਕ ਪੂਰਾ ਚਿੱਤਰ ਬਲੈਕ ਐਂਡ ਵਾਈਟ 'ਚ ਉਹ ਬਣਾ ਦਿੰਦੇ ਨੇ। ਇਸ ਨੂੰ ਅਸੀਂ ਅਲਟਰਾਸਾਊਂਡ ਮਸ਼ੀਨ ਕਹਿੰਦੇ ਹਾਂ। ਬੀਜੀ ਹਾਂ, ਪਰ ਜੇ ਲੋੜ ਹੋਈ ਤਾਂ ਅਗਾਂਹ ਵੀ ਕੁਝ ਕਰਾਂਗੇ। ਕੀ ਕਰਾਂਗੇ ਹੁਣੀ ਪਤਾ ਲੱਗੇਗਾ। ਨਰਸ ਮੁਸਕਰਾ ਕੇ, ਲੋੜ ਹੋਈ ਤਾਂ ਕੀ ਮਤਲਬ ਤੁਹਾਡਾ? ਬੀਜੀ ਕਹਿੰਦੀ ਲਾਪਰਵਾਹੀ ਨਾਲ, ਮਤਲਬ ਜੇ ਕੁੜੀ ਹੋਈ ਤਾਂ ਅਗਾਂਹ ਵੀ ਕੁਝ ਕਰਨਾ ਹੀ ਪਊ ਨਾ। ਇੱਕ ਹੈਗੀ ਜੇ ਦੂਜੀ ਵੀ ਕੁੜੀ ਹੋਈ ਤਾਂ ਨਹੀਂ ਰੱਖਣੀ ਅਸੀਂ। ਇਹਦਾ ਮਤਲਬ ਉਸਨੂੰ ਪਤਾ ਹੈ ਵੀ ਇਸ ਸਮੇਂ ਜੇ ਰਿਸਕ ਲੈ ਲਿਆ, ਕੁੜੀ ਹੋ ਗਈ ਤਾਂ 2 ਕੁੜੀਆਂ ਹੋ ਜਾਣਗੀਆਂ, ਅਸੀਂ ਤੇ ਮੁੰਡੇ ਦੀ ਆਸ ਲਾਈ ਹੈ, ਇਸ ਕਰਕੇ ਇਸ ਕੁੜੀ ਦੀ ਜੋ ਹੱਤਿਆ ਸਾਨੂੰ ਕਰਾਉਣੀ ਪੈਣੀ ਹੈ। ਸਿਰਜਣਾ ਉਹ ਜੋ ਨੂੰਹ ਹੈ ਉਸਦੀ ਡਰ ਕੇ, ਬੀਜੀ ਇਹ ਤੁਸੀਂ ਕੀ ਕਹਿ ਰਹੇ ਹੋ? ਇਹ ਪਾਪ ਹੈ, ਇਹ ਠੀਕ ਨਹੀਂ ਹੈ। ਯਾਨੀ ਉਸਨੂੰ ਪਤਾ ਹੈ ਕਿ ਜੋ ਮੇਰੀ ਕੁੱਖ ਦੇ ਅੰਦਰ ਜੋ ਅੰਸ਼ ਪਲ ਰਿਹਾ ਹੈ ਉਹ ਜਿਉਂਦਾ ਅੰਸ਼ ਹੈ, ਇਸ ਨੂੰ ਮਾਰ ਦੇਣਾ ਡਾਕਟਰ ਦੀ ਸਹਾਇਤਾ ਨਾਲ ਇਹ ਬਹੁਤ ਮਾੜੀ ਗੱਲ, ਬਹੁਤ ਵੱਡਾ ਪਾਪ ਹੈ। ਬੀਜੀ ਕੀ ਠੀਕ ਹੈ ਤੇ ਕੀ ਨਹੀਂ ਤੇਰੇ ਨਾਲੋਂ ਜ਼ਿਆਦਾ ਪਤਾ ਮੈਨੂੰ, ਯਾਨੀ ਕਿਉਂਕਿ ਉਹ ਅਮੀਰ ਘਰ ਦੀ ਹੈ, ਉਤੋਂ ਸੱਸ ਵੀ ਹੈ, ਬਜ਼ੁਰਗ ਵੀ ਹੈ, ਰੁੱਬ ਵੀ ਹੈ, ਇਸ ਕਰਕੇ ਉਹ ਕਹਿੰਦੀ ਜੋ ਉਹ ਕਰ ਰਹੀ ਹੈ ਭਾਵੇਂ ਮਾੜਾ ਹੀ ਕਰ ਰਹੀ ਹੈ, ਗਲਤ ਕਰ ਰਹੀ ਹੈ, ਪਾਪ ਕਰ ਰਹੀ ਹੈ, ਫਿਰ ਵੀ ਉਹ ਚੰਗਾ ਕਹਿੰਦੀ ਹੈ। ਸਿਰਜਣਾ ਪਰ ਕੀ ਫਰਕ ਪੈ ਜਾਏਗਾ ਜੇ ਲੜਕੀ ਹੋਏਗੀ ਤਾਂ? ਬੀਜੀ 40 ਪੂਰੀ 40 ਕਿੱਲੇ ਪੈਲੀ ਹੈ ਤੇ ਸ਼ੈਲਰ ਜਾਨ ਮਾਰ ਕੇ ਬਚਾਏ ਹੈ ਸ਼ਰੀਕਾ ਤੋਂ ਹੁਣ ਤੱਕ, ਇਹਨਾਂ ਨੂੰ ਸੰਭਾਲਣ ਵਾਲਾ ਚਾਹੀਦਾ ਮੈਨੂੰ। ਨਾਲੇ ਅੱਗੇ ਬੈਠੀ ਨਹੀਂ ਛਾਤੀ ਤੇ ਇੱਕ ਯਾਨੀ ਕੁੜੀ ਪਹਿਲੇ ਹੋਈ ਪਈ ਹੈ, ਦਾਜ ਵਿੱਚ ਨਹੀਂ ਦੇਣੇ ਤੇਰੇ ਧੀਆਂ ਦੇ, ਮੈਂ ਸਮਝੀ ਨਾ ਕੀ ਨਹੀਂ ਦੇਣੇ।
ਉਹ ਜੋ 40 ਕਿੱਲੇ ਪੈਲੀ ਹੈ ਔਰ ਜੋ ਸ਼ੈਲਰ ਹੈ, ਨਹੀਂ ਦੌਲਤ ਇਕੱਠੀ ਕੀਤੀ ਹੈ ਮਸਾਂ ਜੋੜ ਕੇ, ਉਹ ਧੀਆਂ ਦੇ ਦਾਜ 'ਚ ਨਹੀਂ ਦੇਣੀ। ਅਚਾਨਕ ਪਾਣੀ ਲੈ ਕੇ ਮਾਸੀ ਆਉਂਦੀ ਹੈ। ਮਾਸੀ ਦਾ ਮਤਲਬ ਸਫਾਈ ਕਰਮਚਾਰੀ। ਦੋਵੇਂ ਚੁੱਪ ਕਰ ਜਾਂਦੇ ਨੇ, ਪਰ ਮਾਸੀ ਸਭ ਸਮਝਦੀ ਹੈ। ਉਸਨੂੰ ਪਤਾ ਵੀ ਕਾਹਦੇ ਲਈ ਆਈਆਂ ਨੇ। ਦੋਵੇਂ ਅਣਮਨੇ ਮਨ ਨਾਲ ਪਾਣੀ ਪੀਂਦੀਆਂ ਨੇ, ਯਾਨੀ ਬੀਜੀ ਔਰ ਨਾਲ ਸਿਰਜਣਾ। ਬੀਜੀ, ਮੈਂ ਪਤਾ ਕਰਦੀ ਹਾਂ ਜੇ ਲੈਬ ਵਾਲਾ ਆ ਗਿਆ ਹੋਵੇ ਤਾਂ, ਜੇ ਡਾਕਟਰ ਸਾਹਿਬ ਪਹਿਲਾਂ ਆ ਜਾਣ ਤਾਂ ਤੂੰ ਚਲੀ ਜਾਈਂ ਸਕੈਨਿੰਗ ਨੂੰ। ਦਰਵਾਜ਼ੇ 'ਚ ਪਹੁੰਚ ਕੇ, ਨਾ ਇਹ ਰੋਣ ਵਰਗਾ ਮੂੰਹ ਬਣਾ ਕੇ ਕੀ ਬੈਠੀ ਹੈ, ਹਾਲੇ ਕਿਹੜਾ ਪਤਾ ਲੱਗ ਗਿਆ ਕੀ ਹੈ, ਸਕੈਨਿੰਗ ਤਾਂ ਹੋ ਲੈਣ ਦੇ, ਹੋ ਸਕਦਾ ਲੋੜ ਹੀ ਨਾ ਪਵੇ। ਯਾਨੀ ਅਜੇ ਵੀ ਉਹਨਾਂ ਦਾ ਡਾਵਾਂਡੋਲ ਮਨ ਹੈ ਵੀ ਜੇ ਕਿਤੇ ਪਤਾ ਲੱਗ ਗਿਆ ਕਿ ਮੁੰਡਾ ਹੋਣ ਵਾਲਾ ਜੇ ਹੋਣ ਵਾਲਾ ਬੱਚਾ ਮੁੰਡਾ ਹੈ, ਫਿਰ ਕੀ ਲੋੜ ਹੈ ਜਿਹੜੀ ਭਰੂਣ ਹੱਤਿਆ ਕਰਾਉਣ ਦੀ। ਜੇ ਕੁੜੀ ਹੋਈ ਤਾਂ ਜ਼ਰੂਰ ਅਸੀਂ ਉਸਨੂੰ ਖਤਮ ਕਰਾ ਦਿਆਂਗੇ। ਬੁੜਬੁੜ ਕਰਦੀ ਜਾਂਦੀ ਹੈ ਬੀਜੀ। ਸਿਰਜਣਾ ਬੁਰੀ ਤਰ੍ਹਾਂ ਪਰੇਸ਼ਾਨ ਹੈ। ਮਾਸੀ ਉਸਦੀ ਪਰੇਸ਼ਾਨੀ ਨੂੰ ਸਮਝਦੀ ਹੈ, ਕਿਉਂਕਿ ਉਹ ਇੱਕ ਚੰਗੇ ਦਿਲ ਦੀ ਨੇਕ ਹੈ, ਭਾਵੇਂ ਗੁੱਸੇ ਵਾਲੀ ਤਲਖੀ ਵਾਲੀ ਹੈ, ਪਰ ਨੇਕ ਦਿਲ ਹੈ ਔਰ ਹਮਦਰਦ ਹੈ, ਇਸ ਕਰਕੇ ਸਭ ਸਮਝਦੀ ਹੈ। ਗਲਾਸ ਲੈ ਕੇ ਜਾਂਦੀ ਹੈ। ਉਸਦੇ ਜਾਂਦੇ ਸਿਰਜਣਾ ਆਪਣਾ ਮੋਬਾਈਲ ਕੱਢ ਕੇ ਆਪਣੇ ਪਤੀ ਕੁਲਦੀਪ ਨਾਲ ਨੰਬਰ ਡਾਇਲ ਕਰਦੀ ਹੈ। ਅੱਗੋਂ ਕੁਲਦੀਪ ਦੀ ਆਵਾਜ਼ ਆਉਂਦੀ ਹੈ। ਕੁਲਦੀਪ, ਹੈਲੋ। ਸਿਰਜਣਾ, ਹੈਲੋ ਦੀਪ, ਮੈਂ ਸਿਰਜਣਾ। ਦੀਪ, ਬੀਜੀ ਮੈਨੂੰ ਕਲੀਨਿਕ ਤੇ ਲੈ ਆਏ ਨੇ ਸਕੈਨਿੰਗ ਲਈ। ਉਹ ਕਹਿ ਰਹੇ ਨੇ ਜੇ ਕੁੜੀ ਹੋਈ ਤਾਂ ... ਕੁਲਦੀਪ, ਓਹੋ, ਤੂੰ ਇੰਨੀ ਕੁ ਗੱਲ ਹੀ ਮੈਨੂੰ ਫੋਨ ਕਰ ਦਿੱਤਾ। ਤੈਨੂੰ ਪਤਾ ਹੈ ਆਫਿਸ ਵਿੱਚ ਕਿੰਨੀ ਜ਼ਰੂਰੀ ਮੀਟਿੰਗ ਚੱਲ ਰਹੀ ਹੈ, ਨਾਲੇ ਜੋ ਬੀਜੀ ਕਹਿ ਰਹੇ ਨੇ ਤਾਂ ਠੀਕ ਕਹਿ ਰਹੇ ਹੋਣਗੇ। ਤੂੰ ਕਰ ਲੈ ਜਿਵੇਂ ਉਹ ਕਹਿੰਦੇ ਨੇ, ਮੈਂ ਬਿਜ਼ੀ ਹਾਂ ਇਸ ਵੇਲੇ। ਯਾਨੀ ਇਤਨਾ ਜ਼ਿਆਦਾ ਲਾਜ਼ਮੀ ਕੰਮ ਹੈ, ਇਤਨਾ ਜ਼ਿਆਦਾ ਮਹੱਤਵਪੂਰਨ ਕੰਮ ਹੈ, ਕਿਉਂਕਿ ਇੱਥੇ ਇੱਕ ਬੱਚੇ ਦੀ ਜਾਨ ਜਾ ਰਹੀ ਹੈ। ਇੱਕ ਸਿਰਜਣਾ ਨਾਮੀ ਔਰਤ ਦੀ ਜਾਨ ਖਤਰੇ ਵਿੱਚ ਹੈ, ਪਰੰਤੂ ਉਸ ਨੂੰ ਆਪਣੀ ਬਿਜ਼ਨਸ ਮੀਟਿੰਗ ਤੋਂ ਫੁਰਸਤ ਨਹੀਂ, ਇਸ ਕਰਕੇ ਉਹ ਬੇਪਰਵਾਹੀ ਨਾਲ ਟਾਲ ਦਿੰਦਾ। ਅਚਾਨਕ ਹੀ ਫੋਨ ਕੱਢ ਦਿੰਦਾ ਹੈ। ਸਿਰਜਣਾ ਨੂੰ ਧੱਕਾ ਲੱਗਦਾ ਹੈ। ਉਸ ਨੂੰ ਦੀਪ ਤੋਂ ਇਸ ਤਰ੍ਹਾਂ ਦੇ ਵਿਵਹਾਰ ਦੀ ਉਮੀਦ ਨਹੀਂ। ਦੂਜਾ ਧੱਕਾ ਇਹ ਜਾਣ ਕੇ ਲੱਗਦਾ ਹੈ ਕਿ ਉਸ ਦੀ ਇਹ ਗੱਲ ਬੀਜੀ ਨੇ ਸੁਣੀ, ਯਾਨੀ ਜੋ ਬੀਜੀ ਹੈ ਅੰਦਰੋਂ ਡਾਕਟਰ ਵੱਲੋਂ ਹੋ ਕੇ ਬਾਹਰ ਆ ਕੇ ਸੁਣ ਰਹੀ ਹੈ। ਬੀਜੀ, ਜਦੋਂ ਮੈਂ ਕਹਿਤਾ ਸੀ ਫਿਰ ਕੀ ਲੋੜ ਸੀ ਦੀਪੇ ਨੂੰ ਫੋਨ ਕਰਨ ਦੀ। ਦੀਪੇ ਯਾਨੀ ਕੁਲਦੀਪ, ਯਾਨੀ ਸਿਰਜਣਾ ਦਾ ਪਤੀ। ਸਿਰਜਣਾ, ਉਹ ਮੇਰੇ ਜੀਵਨ ਸਾਥੀ ਨੇ ਬੀਜੀ, ਕਿ ਇਹੋ ਜਿਹੇ ਮਾਮਲਿਆਂ ਤੇ ਸਲਾਹ ਵੀ ਨਹੀਂ ਕਰ ਸਕਦੇ ਮੈਂ ਉਹਨਾਂ ਨਾਲ। ਹੁਣ ਬੀਜੀ ਕਹਿੰਦੀ ਹੈ ਤੇ ਮੇਰੀ ਸਲਾਹ ਕੋਈ ਮਾਇਨੇ ਨਹੀਂ ਰੱਖਦੀ ਇਹੋ ਜਿਹੇ ਮਾਮਲਿਆਂ ਤੇ। ਭੌਂਕਦੀਆਂ ਮੈਂ ਜਾਂ ਗੋਲੀ ਰੱਖੀਆਂ ਤੁਹਾਡੀ। ਗੋਲੀ ਦਾ ਮਤਲਬ ਗੁਲਾਮ। ਤੇਰੀ ਪਹਿਲਾਂ ਸਹਿਣ ਕਰ ਲਈ, ਯਾਨੀ ਪਹਿਲੀ ਕੁੜੀ ਹੋ ਗਈ ਕੋਈ ਗੱਲ ਨਹੀਂ। ਉਹ ਥੋੜੀ ਹੈ ਜੋ ਤੂੰ ਹੋਰ ਮੜਨ ਨੂੰ ਫਿਰਦੀ ਹੈ ਮੇਰੇ ਮੱਥੇ, ਯਾਨੀ ਦੂਜੀ ਕੁੜੀ ਹੋ ਗਈ ਤੇ ਮੇਰੇ ਮੱਥੇ ਮੜੇਂਗੀ। ਸਿਰਜਣਾ, ਮੱਥੇ ਵੀ ਤਾਂ ਉਹੀ ਮੜਿਆ ਜਾਣੇ ਕੁਦਰਤ ਜੋ ਚਾਹੇਗੀ, ਵੀ ਜੋ ਕੁਦਰਤ ਨੇ ਲਿਖਿਆ ਉਹੀ ਹੋਏਗਾ। ਬੀਜੀ, ਇਹ ਤੂੰ ਮੇਰੇ ਤੇ ਛੱਡ ਦੇ, ਇਸ ਲਈ ਤਾਂ ਡਾਕਟਰ ਦੇ ਲੈ ਕੇ ਆਈਆਂ ਤੈਨੂੰ। ਸਿਰਜਣਾ, ਪਰ ਇਸ ਗੱਲ ਦੀ ਕੀ ਗਰੰਟੀ ਹੈ ਬੀਜੀ ਕਿ ਅਗਲੀ ਵਾਰ ਮੁੰਡਾ ਹੀ ਹੋਊਗਾ, ਜੇ ਫਿਰ ਕੁੜੀ ਹੋਈ ਫਿਰ ਕੀ ਕਰੋਗੇ। ਬੀਜੀ, ਫਿਰ ਦੀ ਫਿਰ ਦੇਖੀ ਜਾਓ। ਸਿਰਜਣਾ ਕਹਿੰਦੀ ਹੈ ਫਿਰ ਕਦੋਂ ਤੱਕ ਚੱਲਦੇ ਰਹਿਣਗੇ ਇਹ ਪ੍ਰਯੋਗ। ਯਾਨੀ ਉਹ ਸਿਰਜਣਾ ਆਪਣੀ ਸੱਸ ਲਈ ਪ੍ਰਯੋਗ ਮਾਤਰ ਹੈ, ਵੀ ਇਸ ਵਾਰ ਮੁੰਡਾ ਹੋਏਗਾ ਤੇ ਰੱਖ ਲਾਂਗੇ, ਕੁੜੀ ਹੋਏਗਾ ਤਾਂ ਫਿਰ ਮਾਰ ਦਿਆਂਗੇ। ਇਸ ਦਾ ਮਤਲਬ ਹੈ ਵੀ ਉਸ ਦੇ ਸਰੀਰ ਤੇ ਕੀ ਬੀਤੇਗੀ, ਉਸ ਦੇ ਅੰਦਰ ਜੋ ਕੋਖ ਵਿੱਚ ਪਲ ਰਿਹਾ ਬੱਚਾ ਹੈ, ਉਸ ਦੀ ਹੱਤਿਆ ਨਾਲ ਉਸ ਨੂੰ ਕੀ ਜਿਹੜਾ ਉਹ ਬੋਝ ਉਸ ਦੇ ਮਨ ਤੇ ਪਏਗਾ। ਬੀਜੀ, ਜਦੋਂ ਤੱਕ ਮੈਨੂੰ ਆਪਣੀ ਜ਼ਮੀਨ ਜਾਇਦਾਦ ਦਾ ਵਾਰਸ ਨਹੀਂ ਮਿਲ ਜਾਂਦਾ। ਵੇਖ ਬੀਬਾ, ਲੋੜ ਹੁੰਦੀ ਹੈ ਬੰਦੇ ਦੀ, ਤੇ ਮੇਰੀ ਲੋੜ ਹੈ ਇਹੀ, ਵਾਰਿਸ ਚਾਹੀਦਾ ਮੈਨੂੰ ਆਪਣੀ ਪ੍ਰਾਪਰਟੀ ਦਾ। ਪਰ ਜੇ ਤੈਨੂੰ ਸ਼ੌਂਕ ਹੈ ਧੀ ਦਾ ਤੇ ਹੋਰ ਘਰ ਵੇਖ ਲੈ। ਨਹੀਂ, ਉਸਨੂੰ ਇਹ ਨਹੀਂ ਪਤਾ ਕਿ ਮੇਰੇ ਘਰ ਵਿਆਹੀ ਹੋਈ ਹੈ, ਇਹ ਇਸ ਘਰ ਨੂੰ ਛੱਡ ਕੇ, ਆਪਣੀ ਬੱਚੀ ਨੂੰ ਛੱਡ ਕੇ, ਆਪਣੇ ਪਤੀ ਨੂੰ ਛੱਡ ਕੇ ਕਿੱਥੇ ਭਟਕੇਗੀ। ਪਰ ਉਸ ਲਈ ਸਿੱਧਾ ਇੱਕ ਐਲਾਨ ਕਰਤਾ, ਇੱਕ ਵਿਚਾਰ ਸੁਣਾਤਾ, ਫੈਸਲਾ ਦਿੱਤਾ ਕਿ ਜੇ ਨਹੀਂ ਤੂੰ ਮੇਰੀ ਗੱਲ ਨਾਲ ਸਹਿਮਤ ਤੇ ਕੋਈ ਹੋਰ ਘਰ ਲੱਭ ਲੈ। ਜੇ ਤੈਨੂੰ ਲੱਗਦਾ ਹੈ ਜਨਾਨੀ ਦਾ ਬਣ ਕੇ ਰਹੂਗਾ ਤੇਰਾ ਖਸਮ, ਤਾਂ ਦੀਪੇ ਨੂੰ ਵੀ ਨਾਲ ਹੀ ਲੈ ਜਾ ਭਾਵੇਂ। ਯਾਨੀ ਉਸ ਨੂੰ ਸਿਰਫ ਮੁੰਡਾ ਚਾਹੀਦਾ ਹੈ, ਨਾ ਆਪਣਾ ਪੁੱਤਰ ਚਾਹੀਦਾ ਹੈ, ਨਾ ਆਪਣੀ ਨੂੰਹ ਚਾਹੀਦੀ ਹੈ, ਨਾ ਆਪਣੀ ਜੋ ਪੋਤੀ ਹੈ ਉਹ ਚਾਹੀਦੀ ਹੈ। ਮੰਦਰ ਗੁਰਦੁਆਰੇ ਦੇ ਨਾਂ ਲਾਉਣੀ ਮਨਜ਼ੂਰ ਹੈ ਮੈਨੂੰ, ਦਾਜ 'ਚ ਵੰਡਣ ਨੂੰ ਮੈਂ ਤਿਆਰ ਨਹੀਂ। ਜਾਨ ਮਾਰ ਕੇ ਜੋੜੀ ਜਾਇਦਾਦ ਤੇਰੇ ਧੀਆਂ ਦੇ। ਜੇ ਨਹੀਂ ਜੀ ਮੰਨਦਾ ਤੇਰਾ ਇਸ ਕੰਮ ਕਰਨ ਨੂੰ ਤਾਂ ਤੁਰ ਜਾ ਜਿੱਥੋਂ ਆਈ ਹੈ। ਮੇਰੇ ਘਰ ਰਹਿ ਕੇ ਨਹੀਂ ਤੂੰ ਜੰਮ ਸਕਦੀ ਇੱਕ ਹੋਰ ਪੱਥਰ। ਇੱਥੇ ਪੱਥਰ ਕੁੜੀ ਨੂੰ ਕਿਹਾ ਹੈ। ਗੁੱਸੇ ਨਾਲ ਝੋਲਾ ਚੁੱਕ ਕੇ ਚਲੀ ਜਾਂਦੀ ਹੈ, ਯਾਨੀ ਸੱਸ, ਯਾਨੀ ਬੀਜੀ। ਸਿਰਜਣਾ ਦਾ ਮਨ ਭਰ ਆਉਂਦਾ ਤੇ ਉਹ ਰੋ ਪੈਂਦੀ ਹੈ। ਡਾਕਟਰ ਆਉਂਦੀ ਹੈ। ਡਾਕਟਰ, ਹੈਲੋ। ਬੈਠਦੀ ਹੋਈ, ਸੌਰੀ ਤੁਹਾਨੂੰ ਵੇਟ ਕਰਨੀ ਪਈ, ਸਕੈਨਿੰਗ ਲਈ ਆਏ ਹੋ। ਸਿਰਜਣਾ ਆਪਣੇ ਆਪ ਨੂੰ ਸੰਭਾਲਦੀ ਹੋਈ, ਜੀ ਡਾਕਟਰ ਸਾਹਿਬ, ਸਵੇਰੇ ਫੋਨ ਤੇ ਗੱਲ ਹੋਈ ਸੀ ਨਾ ਤੁਹਾਡੇ ਨਾਲ। ਡਾਕਟਰ, ਹਾਂ ਮੈਨੂੰ ਯਾਦ ਹੈ, ਪਰ ਮੈਨੂੰ ਇੱਕ ਗੱਲ ਦੱਸੋ ਸਿਰਜਣਾ ਜੀ, ਤੁਸੀਂ ਪੜ੍ਹੇ ਲਿਖੇ ਹੋ, ਜੇ ਤੁਸੀਂ ਪੜ੍ਹੇ ਲਿਖੇ ਲੋਕ ਵੀ ਇੱਦਾਂ ਫਰਕ ਕਰਨ ਲੱਗ ਪਏ ਕੁੜੀ ਮੁੰਡੇ ਵਿੱਚ, ਤਾਂ ਸਾਡੀ ਸੁਸਾਇਟੀ ਦਾ ਕੀ ਬਣੇਗਾ। ਇਹਦਾ ਮਤਲਬ ਡਾਕਟਰ ਦੀ ਗੱਲ ਅਸੀਂ ਕਰ ਰਹੇ ਸੀ ਵੀ ਹਸਪਤਾਲ 'ਚ ਕੰਮ ਕਰਦੀ ਹੈ, ਭਾਰਤੀ ਖਾਸ ਕਰਕੇ ਪੰਜਾਬੀ ਸਮਾਜ ਦੀ ਸਮੱਸਿਆ ਨੂੰ ਜਾਣਦੀ ਹੈ।
ਜਾਗਰੂਕ ਤੇ ਜ਼ਿੰਮੇਦਾਰ ਡਾਕਟਰ ਹੈ। ਇਸ ਕਰਕੇ ਪੜ੍ਹੀ ਲਿਖੀ ਸਿਰਜਣਾ ਨੂੰ, ਜਿਹੜੀ ਕਿ ਨੌਕਰੀ ਵੀ ਕਰਦੀ ਹੈ, ਇੱਕ ਬੜੀ ਅਜੀਬ ਗੱਲ ਹੈ ਕਿ ਨੌਕਰੀ ਵੀ ਕਰਦੀ ਹੈ, ਪੜ੍ਹੀ ਲਿਖੀ ਹੈ, ਪਰ ਉਸ ਨੂੰ ਆਪਣੀ ਜ਼ਿੰਦਗੀ ਦੇ ਫੈਸਲੇ ਕਰਨ ਦਾ ਹੱਕ ਨਹੀਂ ਹੈ। ਉਹ ਹੱਕ ਸਿਰਫ ਉਹਨਾਂ ਦੀ ਬੀਜੀ ਨੂੰ ਹੈ। ਇਹ ਗੱਲ ਬਹੁਤ ਮਾੜੀ ਹੈ, ਇਹ ਰਵੱਈਆ ਬਹੁਤ ਮਾੜਾ ਹੈ। ਜੇ ਪੜ੍ਹੇ ਲਿਖੇ ਲੋਕ ਵੀ ਇਦਾਂ ਹੀ ਫਰਕ ਕਰਨ ਲੱਗ ਪਏ ਕੁੜੀ ਮੁੰਡੇ ਵਿੱਚ, ਤਾਂ ਸਾਡੀ ਸੁਸਾਇਟੀ ਦਾ ਕੀ ਬਣੇਗਾ। ਹੁਣ ਸਿਰਜਣਾ ਕਹਿੰਦੀ ਡਾਕਟਰ ਨੂੰ, ਤੁਸੀਂ ਵੀ ਤਾਂ ਪੜ੍ਹੇ ਲਿਖੇ ਹੋ ਡਾਕਟਰ ਸਾਹਿਬ, ਪਰ ਤੁਸੀਂ ਵੀ ਅਲਟਰਾਸਾਊਂਡ ਕਰਦੇ ਹੋ, ਤੁਸੀਂ ਵੀ ਅਬੋਰਸ਼ਨ ਕਰਦੇ ਹੋ, ਭਰੂਣ ਹੱਤਿਆ ਕਰਦੇ ਹੋ। ਡਾਕਟਰ, ਮੇਰਾ ਪ੍ਰੋਫੈਸ਼ਨ ਇਹ ਤਾਂ ਨਹੀਂ ਕਿ ਕੁੜੀ ਮੁੰਡੇ ਦਾ, ਯਾਨੀ ਇਸ ਸਮੇਂ ਸਾਰੇ ਹਸਪਤਾਲਾਂ, ਨਰਸਿੰਗ ਹੋਮਸ ਦਾ ਉੱਤੇ ਇੱਕ ਬੋਰਡ ਲੱਗਾ ਹੁੰਦਾ ਹੈ ਕਿ ਇੱਥੇ ਲਿੰਗ ਟੈਸਟ ਨਹੀਂ ਕੀਤਾ ਜਾਂਦਾ, ਕੁੜੀ ਮੁੰਡੇ ਦੀ ਜਨਮ ਤੋਂ ਪਹਿਲੇ ਜਾਂਚ ਨਹੀਂ ਕੀਤੀ ਜਾਂਦੀ ਹੈ, ਬਹੁਤ ਭਾਰੀ ਅਪਰਾਧ ਹੈ, ਇਹ ਗੈਰ ਜ਼ਮਾਨਤੀ ਅਪਰਾਧ ਹੈ, ਇਸ ਦੀ ਜ਼ਮਾਨਤ ਨਹੀਂ ਹੁੰਦੀ। ਡਾਕਟਰ, ਮੇਰਾ ਪ੍ਰੋਫੈਸ਼ਨ ਇਹ ਤਾਂ ਨਹੀਂ ਕਿ ਕੁੜੀ ਮੁੰਡੇ ਦਾ, ਯਾਨੀ ਪਹਿਲੇ ਪਤਾ ਕਰਾਂ ਫਿਰ ਉਸ ਤੋਂ ਬਾਅਦ ਕੁੜੀ ਹੋਵੇ ਤਾਂ ਉਸ ਨੂੰ ਮਾਰ ਦਿਆਂ। ਸਿਰਜਣਾ, ਤੁਸੀਂ ਸਮਝਾ ਸਕਦੇ ਹੋ ਲੋਕਾਂ ਨੂੰ। ਡਾਕਟਰ, ਕੌਣ ਸਮਝਦਾ ਹੈ। ਹੁਣ ਮੈਂ ਤੁਹਾਨੂੰ ਕਹਾਂ ਇਹ ਗਲਤ ਹੈ, ਨਾ ਕਰੋ ਇਹ ਕੰਮ, ਤੁਸੀਂ ਮੰਨ ਲਓਗੇ? ਤੁਸੀਂ ਤਾਂ ਪੜ੍ਹੇ ਲਿਖੇ ਵੀ ਹੋ। ਸਿਰਜਣਾ ਉਦਾਸ ਹੋ ਕੇ, ਮੇਰੀ ਕੋਈ ਮਜਬੂਰੀ ਵੀ ਹੋ ਸਕਦੀ ਹੈ। ਡਾਕਟਰ ਮੁਸਕਰਾਉਂਦੀ ਹੋਈ, ਅਜਿਹਾ ਹੀ ਹੁੰਦਾ ਹੈ ਮਿਸਿਸ ਸਿਰਜਣਾ, ਅਨਪੜ੍ਹ ਲੋਕ ਤਾਂ ਸੋਚਦੇ ਵੀ ਨਹੀਂ ਅਜਿਹਾ ਕੰਮ ਕਰਾਉਣ ਲੱਗਿਆ, ਪੜ੍ਹੇ ਲਿਖੇ ਲੋਕ ਸੋਚਦੇ ਤਾਂ ਬਹੁਤ ਨੇ, ਪਰ ਪਤਾ ਨਹੀਂ ਉਹ ਅਕਸਰ ਮਜਬੂਰ ਹੁੰਦੇ ਨੇ। ਦੁਚਿੱਤੀ ਯਾਨੀ ਕਨਫਿਊਜ਼ਨ ਵਿੱਚ ਪਈ ਸਿਰਜਣਾ ਪਰੇਸ਼ਾਨ ਹੈ। ਇੱਕ ਵਾਰ ਫਿਰ ਹੌਸਲਾ ਕਰਕੇ ਕੁਲਦੀਪ ਨੂੰ ਫੋਨ ਕਰਦੀ ਹੈ। ਫੋਨ ਤੇ ਕੁਲਦੀਪ ਦੀ ਆਵਾਜ਼ ਆਉਂਦੀ ਹੈ। ਹੈਲੋ, ਸਿਰਜਣਾ ਕਹਿੰਦੀ, ਹੈਲੋ ਦੀਪ, ਮੈਂ ਸਿਰਜਣਾ। ਹਾਂ ਸਿਰਜਣਾ, ਕੀ ਹੋਇਆ, ਆਇਆ ਕੋਈ ਰਿਜ਼ਲਟ? ਨਹੀਂ ਦੀਪ, ਪਰ ਦੀਪ ਬੇਜੀ ਜੋ ਕਰ ਰਹੇ ਨੇ ਮੈਨੂੰ ਲੱਗਦਾ ਉਹ ਸਭ ਗਲਤ ਹੈ। ਆਵਾਜ਼, ਕੀ ਠੀਕ ਹੈ ਤੇ ਕੀ ਗਲਤ? ਬੀਜੀ ਤੇਰੇ ਨਾਲੋਂ ਜ਼ਿਆਦਾ ਜਾਣਦੇ ਨੇ। ਸਿਰਜਣਾ, ਦੁਨੀਆ ਦੇਖੀ ਹੋਈ ਆ ਉਹਨਾਂ ਨੇ ਸਾਰੀ। ਸਿਰਜਣਾ, ਸਿਰਫ ਬਾਹਰ ਦੀ ਦੁਨੀਆ ਦੀਪ, ਪਰ ਇਹ ਜੋ ਕੁਝ ਵਾਪਰ ਰਿਹਾ ਹੈ ਬਾਹਰ ਦੀ ਦੁਨੀਆ ਵਿੱਚ ਨਹੀਂ, ਮੇਰੇ ਅੰਦਰ ਦੀ ਦੁਨੀਆ ਵਿੱਚ ਵਾਪਰ ਰਿਹਾ ਹੈ। ਜਦੋਂ ਦੀ ਮੇਰੀ ਕੁੱਖ ਅੰਦਰ ਉਹ ਕਰੂੰਬਲ ਫੁੱਟੀ ਹੈ, ਨਹੀਂ ਉਹ ਬੱਚੇ ਦੀ ਜੋ ਆਹਟ ਹੋਈ ਹੈ ਨਾ, ਤੁਸੀਂ ਸੋਚ ਵੀ ਨਹੀਂ ਸਕਦੇ ਕਿ ਮੈਨੂੰ ਕਿੰਨਾ ਚੰਗਾ ਲੱਗ ਰਿਹਾ ਹੈ। ਮੈਨੂੰ ਲੱਗਦਾ ਹੈ ਮੈਂ ਇੱਕ ਸਿਰਜਣਾ ਕਰ ਰਹੀ ਹਾਂ, ਇੱਕ ਰਚਨਾ ਕਰ ਰਹੀ ਹਾਂ। ਮੈਨੂੰ ਆਪਣੀ ਔਰਤ ਹੋਣ ਦੇ ਅਰਥ ਮਹਿਸੂਸ ਹੋ ਰਹੇ ਨੇ। ਪਹਿਲੇ ਵੀ ਬੱਚੀ ਜਨਮੀ ਹੈ, ਇਸ ਸਮੇਂ ਉਸ ਨੂੰ ਜ਼ਿਆਦਾ ਮਹਿਸੂਸ ਹੋ ਰਿਹਾ ਹੈ ਕਿ ਉਹ ਇੱਕ ਖਾਸ ਕੰਮ ਕਰ ਰਹੀ ਹੈ, ਇੱਕ ਜੀਵ ਦੀ ਰਚਨਾ ਕਰ ਰਹੀ ਹੈ, ਇੱਕ ਜੀਵ ਦੀ ਸਿਰਜਣਾ ਕਰ ਰਹੀ ਹੈ। ਪਿੱਛੋਂ ਦੀਪ ਦੀ ਆਵਾਜ਼ ਆਉਂਦੀ ਹੈ, ਲਓ ਹੋ ਗਈ ਫਿਰ ਸ਼ੁਰੂ ਹੋਈ ਕਵਿਤਾ। ਗੱਲ ਤਾਂ ਸਿਰਫ ਇੰਨੀ ਕੋਈ ਸਿਰਜਣਾ ਕਿ ਤੈਨੂੰ ਆਦਤ ਹੈ ਹਰ ਗੱਲ ਨੂੰ ਮਨ ਤੇ ਲਾਉਣ ਦੀ, ਇਸੇ ਲਈ ਤੂੰ ਇਸ ਨਿੱਕੀ ਜਿਹੀ ਗੱਲ ਨੂੰ ਮਨ ਤੇ ਲਾ ਕੇ ਬਹਿ ਗਈ ਹੈ। ਸਿਰਜਣਾ, ਪਰ ਕਿਸੇ ਕੋਲੋਂ ਦੁਨੀਆ ਵਿੱਚ ਆਉਣ ਦਾ ਹੱਕ ਖੋਹ ਲੈਣਾ ਸਿਰਫ ਇਸ ਕਰਕੇ ਕਿ ਉਹ ਲੜਕੀ ਹੈ, ਇਹ ਕੋਈ ਨਿੱਕੀ ਗੱਲ ਤਾਂ ਨਹੀਂ। ਦੀਪ ਆਵਾਜ਼, ਯਾਨੀ ਦੀਪ ਦੀ ਆਵਾਜ਼ ਆਉਂਦੀ ਹੈ, ਪਰ ਸਾਡੇ ਇੱਕ ਲੜਕੀ ਤਾਂ ਪਹਿਲਾਂ ਹੀ ਹੈ। ਸਿਰਜਣਾ, ਬੀਜੀ ਦੀ ਟੈਨਸ਼ਨ ਬਿਲਕੁਲ ਜਾਇਜ਼ ਹੈ, ਉਹ ਬਿਲਕੁਲ ਠੀਕ ਕਰ ਰਹੇ ਨੇ। ਇੰਨੀ ਜਾਇਜ਼ ਹੈ ਕੌਣ ਸਾਂਭੇਗਾ ਮੁੜ ਕੇ ਇਸ ਨੂੰ। ਮੈਨੂੰ ਪਤਾ ਹੈ ਸਿਰਜਣਾ ਕਿ ਇਹ ਠੀਕ ਨਹੀਂ ਹੈ, ਪਰ ਇਹ ਪ੍ਰੋਪਰਟੀ ਕਲਚਰ ਹੈ। ਪ੍ਰੋਪਰਟੀ ਕਲਚਰ ਦਾ ਮਤਲਬ ਇਸ ਤਰ੍ਹਾਂ ਦਾ ਵਿਚਾਰਧਾਰਾ ਹੈ ਕਿ ਜੋ ਵੀ ਅਸੀਂ ਬਣਾਇਆ ਅਸੀਂ ਕੁੜੀਆਂ ਦੇ ਦਾਜ ਵਿੱਚ ਦੇਣ ਲਈ ਨਹੀਂ ਬਣਾਇਆ। ਕੁੜੀ ਨਹੀਂ ਚਾਹੀਦੀ, ਹਾਂ ਮੁੰਡਾ ਹੋਵੇ ਤੇ ਦਾਜ ਭਾਵੇਂ ਬੇਸ਼ੱਕ ਆ ਜਾਏ, ਇਸ ਨੂੰ ਕਹਿੰਦੇ ਪ੍ਰੋਪਰਟੀ ਕਲਚਰ। ਇਸ ਵਿੱਚ ਇੰਝ ਹੀ ਹੁੰਦਾ ਹੈ। ਸੋ ਬੀਜੀ ਜਿਵੇਂ ਕਹਿੰਦੇ ਨੇ ਤੂੰ ਉਵੇਂ ਕਰ ਲੈ। ਮੇਰੀ ਦਫ਼ਤਰ ਵਿੱਚ ਬਹੁਤ ਜ਼ਰੂਰੀ ਮੀਟਿੰਗ ਚੱਲ ਰਹੀ ਹੈ, ਆਪਾਂ ਬਾਅਦ 'ਚ ਗੱਲ ਕਰਾਂਗੇ। ਫੋਨ ਕੱਟ ਦਿੰਦਾ ਹੈ। ਸਿਰਜਣਾ ਬੁਰੀ ਤਰ੍ਹਾਂ ਨਿਰਾਸ਼ ਹੋ ਜਾਂਦੀ ਹੈ। ਇੰਨੀ ਦੇਰ ਨੂੰ ਮਾਸੀ ਯਾਨੀ ਸਫਾਈ ਕਰਮਚਾਰੀ ਆਉਂਦੀ ਹੈ। ਉਸਨੇ ਸਿਰਜਣਾ ਦੀਆਂ ਗੱਲਾਂ ਸੁਣ ਲਈਆਂ ਹਨ। ਹੁਣ ਮਾਸੀ ਕਹਿੰਦੀ ਹੈ ਰਤਾ ਉਦਾਸੀ ਨਾਲ, ਆਹੀ ਗੱਲ ਪਸੰਦ ਨਹੀਂ ਬੀਬੀ ਰਾਣੀਏ, ਸਾਡੇ ਵੇਲੇ ਚੰਗੇ ਸੀ। ਆਹ ਨਾਮੁਰਾਦ ਮਸ਼ੀਨਾਂ ਤਾਂ ਨਹੀਂ ਸੀ, ਨਹੀਂ ਅਲਟਰਾਸਾਊਂਡ ਮਸ਼ੀਨਾਂ ਤਾਂ ਨਹੀਂ ਹੁੰਦੀਆਂ ਸੀ। ਲੋਕ ਭਾਵੇਂ ਔਖੇ ਹੋ ਕੇ ਰੱਖਦੇ, ਭਾਵੇਂ ਸੌਖੇ ਹੋ ਕੇ ਪਾਲ ਲੈਂਦੇ ਸੀ ਧੀਆਂ ਨੂੰ, ਭਾਵੇਂ 3 ਹੁੰਦੀਆਂ ਭਾਵੇਂ 5। ਹੁਣ ਤਾਂ ਇੱਕ ਧੀ ਤੋਂ ਬਾਅਦ ਦੂਜੀ ਭਾਰ ਲੱਗਣ ਲੱਗ ਪੈਂਦੀ ਹੈ। ਹਮਦਰਦੀ ਪਰ ਹੈਰਾਨੀ ਨਾਲ ਸਿਰਜਣਾ ਦੇ ਕੋਲ ਆ ਜਾਂਦੀ, ਉਸਨੂੰ ਮਾਸੀ ਨੂੰ, ਯਾਨੀ ਉਸ ਸਫਾਈ ਕਰਮਚਾਰੀ, ਉਸ ਗਰੀਬ ਨੂੰ, ਉਸ ਅਨਪੜ੍ਹ ਨੂੰ ਇਸ ਪੜ੍ਹੀ ਲਿਖੀ ਨਾਲੋਂ ਜ਼ਿਆਦਾ ਫੀਲਿੰਗ ਹੈ, ਜ਼ਿਆਦਾ ਮਹਿਸੂਸ ਕਰ ਰਹੀ ਹੈ। ਤੇਰਾ ਘਰ ਵਾਲਾ ਵੀ ਇਹੀ ਕਹਿੰਦਾ ਹੁਣ, ਚੱਲ ਫਿਰ ਤੂੰ ਕਾਹਨੂੰ ਮਨ ਤੇ ਬੋਝ ਰੱਖਦੀ ਹੈ ਜੇ ਉਹ ਨਹੀਂ ਸੋਚਦਾ। ਸਿਰਜਣਾ, ਮੈਂ ਕਿਉਂ ਨਾ ਸੋਚਾਂ ਮਾਸੀ, ਮੇਰੇ ਸੀਨੇ ਵਿੱਚ ਦਿਲ ਧੜਕਦਾ ਹੈ, ਜਿਸ ਵਿੱਚੋਂ ਇੱਕ ਨਹੀਂ 2 ਆਵਾਜ਼ਾਂ ਸੁਣਦੀਆਂ ਹੈ। ਮੇਰੀ ਹੀ ਜ਼ਬਾਨ ਆਵਾਜ਼ਾਂ ਮਾਰਦੀ ਹੈ ਮੈਨੂੰ, ਅੰਦਰੋਂ ਅੰਦਰੀ ਕੋਈ ਛੂੰਹਦਾ ਹੈ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਮੈਨੂੰ। ਮਾਸੀ ਕਹਿੰਦੀ ਸਿਰਫ ਕੁਝ ਮਿੰਟਾਂ ਦੀ ਗੱਲ ਹੈ ਧੀਏ, ਫਿਰ ਸਭ ਠੀਕ ਹੋ ਜਾਏਗਾ। ਯਾਨੀ ਉਹ ਕਹਿੰਦੀ ਹੈ ਵੀ ਅਬੋਰਸ਼ਨ ਯਾਨੀ ਭਰੂਣ ਹੱਤਿਆ ਕਰਾ ਲੈ। ਸਿਰਜਣਾ ਉੱਚੀ ਉੱਚੀ ਰੋਂਦੀ ਹੈ। ਰੋਣ ਦੀ ਆਵਾਜ਼ ਸੁਣ ਕੇ ਡਾਕਟਰ ਤੇ ਦੋਵੇਂ ਨਰਸਾਂ ਵੀ ਦੌੜੀਆਂ ਆਉਂਦੀਆਂ ਹਨ। ਡਾਕਟਰ, ਕੀ ਹੋਇਆ ਕੀ ਹੋਇਆ ਮਾਸੀ? ਸਿਰਜਣਾ, ਨਹੀਂ ਹੋਣਾ ਡਾਕਟਰ ਸਾਹਿਬ, ਮੈਥੋਂ ਨਹੀਂ ਹੋਣਾ। ਡਾਕਟਰ ਕਹਿੰਦੀ ਨਹੀਂ ਹੋਣਾ ਦਾ ਕੀ ਮਤਲਬ? ਅਜਿਹਾ ਕੁਝ ਇੱਥੇ ਹੁੰਦਾ ਹੀ ਨਹੀਂ, ਯਾਨੀ ਭਰੂਣ ਹੱਤਿਆ ਤੇ ਅਸੀਂ ਕਰਦੇ ਨਹੀਂ। ਹੁਣ ਪਿੱਛੋਂ ਬੀਜੀ ਬੋਲ ਪੈਂਦੀ ਹੈ, ਹੋਏਗਾ ਕਿਵੇਂ ਨਹੀਂ ਡਾਕਟਰ ਸਾਹਿਬ, ਜ਼ਰੂਰ ਹੋਏਗਾ। ਡਾਕਟਰ, ਤੁਹਾਨੂੰ ਕਿਹਾ ਨਾ ਮੈਂ ਅਜਿਹਾ ਨਹੀਂ ਕਰਦੀ, ਯਾਨੀ ਮੈਂ ਕਿਸੇ ਕੁੜੀ ਦੀ ਹੱਤਿਆ ਨਹੀਂ ਕਰ ਸਕਦੀ। ਬੀਜੀ, ਡਾਕਟਰ ਸਾਹਿਬ ਸਾਡੀ ਵੀ ਲੋੜ ਹੈ ਕੋਈ। ਮਾਸੀ, ਲੋੜ ਤਾਂ ਉਹਦੀ ਵੀ ਹੈ, ਯਾਨੀ ਸਿਰਜਣਾ ਦੀ ਵੀ ਹੈ। ਹੁਣ ਬੀਜੀ ਕਹਿੰਦੀ ਹੈ, ਆਖਰੀ ਫੈਸਲਾ ਸੁਣਾਉਂਦੀ ਹੈ, ਠੀਕ ਹੈ ਫਿਰ ਤੁਰ ਜੇ ਪਿਓ ਦੇ ਘਰ ਤੇ ਪੁਗਾ ਲੈ ਲੋੜ ਜਿੰਨੇ ਵਾਰੀ ਜੀ ਕਰਦਾ। ਸਾਡੇ ਘਰ ਤਾਂ ਸਾਡੀ ਲੋੜ ਹੀ ਪੁਗੂਗੀ,
यानी साडी मर्जी ਚੱਲੂਗੀ। ਸਿਰਜਣਾ ਤੁਹਾਡੇ ਘਰ ਵਿੱਚ ਮੈਂ ਸ਼ਾਮਲ ਨਹੀਂ ਬੀਜੀ। ਬੀਜੀ ਕਹਿੰਦੀ ਕਿਉਂ ਤੂੰ ਕਾਹਤੋਂ ਸ਼ਾਮਲ ਹੈ ਇਸ ਘਰ ਵਿੱਚ, ਕੀ ਲੈ ਕੇ ਆਈ ਸੀ ਟੁੱਟਾ ਭੱਜਾ ਦਾਜ, ਤੇ ਜੇ ਤੈਨੂੰ ਆਪਣੀ ਤਨਖਾਹ ਦਾ ਗੁਮਾਨ ਹੋਵੇ ਤਾਂ ਦੱਸਾਂ ਉਸ ਤਨਖਾਹ ਦੇ ਨਾਲ ਤਾਂ ਘਰ ਦੇ ਨੌਕਰਾਂ ਤੇ ਡਰਾਈਵਰ ਦਾ ਖਰਚ ਨਹੀਂ ਚੱਲਦਾ। ਸਿਰਜਣਾ ਉਸ ਘਰ ਵਿੱਚ ਮੈਂ ਆਪਣੇ ਆਪ ਨੂੰ ਲੈ ਕੇ ਆਈ ਸਾਂ ਬੀਜੀ, ਪੂਰੇ ਤਨ ਨਾਲ ਪੂਰੇ ਮਨ ਨਾਲ, ਕਿ ਮੇਰਾ ਕੋਈ ਮੁੱਲ ਨਹੀਂ ਮੇਰੇ ਤਨ ਦਾ, ਮੇਰੇ ਮਨ ਦਾ, ਮੇਰੀ ਹੋਂਦ ਦਾ। यानी वो पढ़ी लिखी जागरूक एक जागृत मन वाली इस्त्री वो बन चुकी है सिरजना। बीजी की कहती है 3600 मिलदियां सी तेरे वर्गियां नाल मोटर कार है नहीं, दाज की भी लालचन है वो, ते हुण भी मिल जाणगे जे लोड़ पई तां। हुण तूं बहुता तमाशा जिहा ना करके विखा लोकां नूं, जे जम्मणी है ऐ तां तुर जा अपने प्यो दे घर, ते जे रहना है मेरे घर तां उंज कर जिवें मैं कहनी हाँ। ਹੁਣ ਸਿਰਜਣਾ ਆਪਣੇ ਆਪ ਨੂੰ ਸੰਭਾਲਦੀ ਹੈ। ਹੁਣ ਇਹ ਜ਼ੁਲਮ ਸਹਿਣਾ ਉਸ ਲਈ ਸੰਭਵ ਨਹੀਂ, ਇਹਨੂੰ ਅਲਰਟ ਹੋ ਜਾਂਦੀ ਹੈ, ਆਪਣੇ ਮਨ ਦਾ ਫੈਸਲਾ ਉਹ ਕਰ ਲੈਂਦੀ ਹੈ। ਸਿਰਜਣਾ ਪੂਰੇ ਹੌਸਲੇ ਤੇ ਮਾਣ ਨਾਲ, ਨਹੀਂ ਬੀਜੀ ਅੱਗ ਬਗੋਲਾ ਹੋ ਕੇ, ਕੀ ਸਿਰਜਣਾ ਹਾਂ ਬੀਜੀ, ਜੇ ਤੁਹਾਡੇ ਪ੍ਰਾਪਰਟੀ ਕਲਚਰ ਵਿੱਚ ਮੁੱਲ ਸਿਰਫ ਔਰਤ ਦੀ ਕੁੱਖ ਨੂੰ ਲੱਗਣ ਵਾਲੇ ਫਲ ਦਾ ਹੈ, यानी मुंडा होएगा कि कुड़ी होएगी, तो मैं तुहानूं किसी भी कीमत ते अपनी कुख किराए ते देण लई तैयार नहीं। यानी मेरे पेटों मुंडा जम्मेगा, तुसीं किसी होर दी प्रॉपर्टी मंगोगे, जे कुड़ी जम्मेगी तुहानूं प्रॉपर्टी देनी पेगी। इस तरह के सौदे लई मैं अपनी कुख देण नूं, अपना पेट देण नूं तैयार नहीं। नाले तुसीं सुणिया नहीं डॉक्टर साहब कह रहे सन इत्थे लिंग टेस्ट नहीं हुंदा, तुसीं फेर भी लिंग टेस्ट का मतलब है भी अल्ट्रासाउंड मशीन नाल जो बच्चे की स्कैनिंग करते हैं तो उन्होंने इदां दे चिन्ह जिहड़े इदां दी पछाणां पता लगदियां ने, जिस तो पता लगता है भी होण वाला बच्चा एक कुड़ी है या एक मुंडा है। फिर जे कुड़ी है तो फिर कुड़ी नूं अलग तरीके नाल मरवा दिंदे ने। फिर पूरे स्वै विश्वास नाल बोलदी है सिरजना। तुहानूं लगदा है भी जी कि मेरी होण दा कोई मुੱਲ नहीं, पर है भी जी घट्टो घट्ट मेरिया नज़रों में तो मैं अपने लिए अपने हत्थीं अपनी अणजन्मी धी जेकर धी है तो मार के अपनी नज़रों में अपना मुੱਲ घटाना नहीं चाहती। बीजी जाओ बीजी तुहाडा घर छड्डिया, इस काबिल हाँ कि मैं पाल सकां अपने आप नूं ते अपनियां दो धीआं नूं। बीजी होर अग बगूला हो जाती है, यानी होर गुस्से में आ जाती है। मासी घबरा के ऐ तू की कर रही है बीबीए, ऐ घर परिवार तो बाहर होकर समस्या हल हो जूगी भला। सिरजना घर परिवार के नाल रह के भी तो यह समस्या हल नहीं होंदी मासी। डॉक्टर इसलिए मिसिज सिरजना क्योंकि यह समस्या सिर्फ तुहाडी नहीं पूरी सोसाइटी की है, आपां इकल्ले सोसाइटी नूं नहीं बदल सकते, होरां नूं भी आपां वांग सोचना चाहिए। सिरजना कहती है मैं कुछ भी बदलने की कोशिश नहीं कर रही डॉक्टर साहब, मैं तो सगों अपने आप नूं बदले जाण तो बचा रही हाँ, किते मेरे हथों किसी कन्या की हत्या ना हो जाए, मैं उस हत्या की जिम्मेदार नहीं बनना चाहती। यानी मैं अपने आप नूं बदले जाण तो बचा रही, एक हत्यारन नहीं होना चाहती। मैं माँ हाँ, मेरा कर्म है उसकी सिरजना, तो मैं किवें अपने हत्थीं अपनी सिरजना का कतल करके माँ तो डैन हो जावां, यानी हत्यारी बन जावां। बीजी इकल्ली रह जाएंगी, इकल्ली। सिरजना आखदी है इकल्ली तो मैं सी बीजी हुण तक मेरे नाल मैं है अपनी कुख ते हाथ रख के मेरी सिरजना। तुसी देखना एक दिन यह सिरजना एक रुख बन के इस धरती ते पुंगरेगी, मोड़ेगी और आसमान तक उच्चा उठेगी। फिर लोग सिरजनावां करके यानी कुड़ियां पैदा करके शर्मिंदा नहीं होंगे, सगों उन्हां कुड़ियां ते माण महसूस करनगे। फिर कदे कोई सिरजना यानी कुड़ी कुख विच कतल नहीं हो कीती जाएगी। एक पल ਲਈ हर कोई खामोश हो जाता है, हर कोई उदास है। सिरजना अपना बैग चुक के जाने लिए दरवाजा खोलती है, सामने कुलदीप खड़ा नजर आता है, उसके चेहरे पर मुस्कुराहट है। इसका मतलब गल कोई होर है। की हो रहा है हुणी गल करते हैं। बीजी खुश होके दीपे तू आ वेख लै पुत की तमाशा करी जाती है लोगों सामने, वो जलूस कढ़िया अज इसने मेरा कि दस नहीं सकती मैं तेनू। सिरजना सॉरी दीप, मैं आवाज़ तू क्यों सॉरी फील करती है सिरजना? आवाज़ का मतलब दीप सॉरी तो मैनू महसूस करनी चाहिए है, जो फैसला मैनू करना चाहिए सी वो तेनू करना पिया। सिरजना जिवें विश्वास ही नहीं हो रहा, यानी कि दीप आवाज़ का मतलब कुलदीप उसका पति। हाँ सिरजना जो तू कीता बिल्कुल ठीक कीता है, जे तू वो भी कर लैंदी जो सारे करते हैं तो फिर तू भी एक आम औरत होंदी। जे अपने पेट विच कुड़ी हुंदी तो उसनूं मरवा लैंदी, उसकी हत्या करवा लैंदी डॉक्टर दे राहीं, तो तू एक आम औरत होना सी। मैनूं खुशी है मेरी जीवन साथण कोई आम औरत नहीं, वो किसी गल ते स्टैंड लैण दे काबिल है। सिरजना हुण खुशी भरे हंझूआं नाल ओ दीप बीजी कड़के दीपे ऐ तू की कह रहे हैं? आवाज़ यानी कुलदीप की आवाज़। यही बीजी की सिरजना स्कैनिंग नहीं कराएगी, वो जो भी है असी रखण जा रहे हैं उसनूं। बीजी असी रखण जा रहे हैं बीजी, पर पुत पूरे 40 किले पैली है नहीं जमीन है खेती है। आवाज़ किले भी सांभे जाणगे, सानू कोई फर्क नहीं बीजी,
ਦੀਪ ਤੇ ਸਿਰਜਣਾ ਕਲੀਨਿਕ ਤੋਂ ਬਾਹਰ ਨਿਕਲਦੇ ਨੇ, ਬੀਜੀ ਦੇਖਦੇ ਰਹਿ ਜਾਂਦੇ ਨੇ। ਮਾਸੀ ਯਾਨੀ ਸਫਾਈ ਕਰਮਚਾਰੀ ਬਹੁਤ ਖੁਸ਼ ਹੈ ਤੇ ਡਾਕਟਰ ਨੂੰ ਬਾਹਰੋਂ ਠੰਡੀ ਹਵਾ ਆਉਂਦੀ ਮਹਿਸੂਸ ਹੋਣ ਲੱਗਦੀ ਹੈ। ਯਾਨੀ ਸਮਾਜ ਵਿੱਚ ਬਦਲਾਵ ਲਈ ਕਦਮ ਚੁੱਕਿਆ ਜਾ ਚੁੱਕਿਆ ਹੈ ਸਿਰਜਣਾ ਵੱਲੋਂ। ਇਸ ਕਰਕੇ ਇਸ ਤਰ੍ਹਾਂ ਇੱਥੇ ਆ ਕੇ ਇਕਾਂਗੀ ਸਮਾਪਤ ਹੁੰਦਾ ਹੈ। ਹੁਣ ਅਸੀਂ ਇਸ ਦੇ ਪ੍ਰਸ਼ਨ ਉੱਤਰ ਕਰਦੇ ਹਾਂ। ਇਕਾਂਗੀ ਦੇ ਮੂਲ ਪਾਠ ਤੋਂ ਬਾਅਦ ਹੁਣ ਅਸੀਂ ਪ੍ਰਸ਼ਨ ਕਰਨ ਜਾ ਰਹੇ ਹਾਂ। ਇਕਾਂਗੀ ਸਿਰਜਣਾ, ਇਕਾਂਗੀਕਾਰ ਪਾਲੀ ਭੁਪਿੰਦਰ ਸਿੰਘ। ਅਸੀਂ ਪਹਿਲੇ ਵਾਰਤਾਲਾਪ ਤੋਂ ਸ਼ੁਰੂ ਕਰਦੇ ਹਾਂ। ਜੋ ਪਹਿਲਾ ਵਾਰਤਾਲਾਪ ਉਸ ਵਿੱਚ ਲਿਖਿਆ ਹੋਇਆ ਹੈ, 40 ਪੂਰੇ 40 ਕਿੱਲੇ ਪੈਲੀ ਹੈ ਤੇ ਸ਼ੈਲਰ ਜਾਨ ਮਾਰ ਕੇ ਬਚਾਇਆ ਸ਼ਰੀਕਾਂ ਤੋਂ। ਹੁਣ ਤੱਕ ਇਹਨਾਂ ਨੂੰ ਸੰਭਾਲਣ ਵਾਲਾ ਚਾਹੀਦਾ ਹੈ ਮੈਨੂੰ, ਨਾਲੇ ਅੱਗੇ ਬੈਠੀ ਨਹੀਂ ਛਾਤੀ ਤੇ ਇੱਕ ਦਾਜ ਵੀ ਨਹੀਂ ਦੇਣੇ ਤੇਰੀਆਂ ਧੀਆਂ ਦੇ, ਮੈਂ ਸਮਝੀ ਨਾ। ਇਹ ਡਾਇਲੌਗ ਹੈ, ਵਾਰਤਾਲਾਪ ਹੈ। ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਇਹ ਸ਼ਬਦ ਬੀਜੀ ਨੇ ਸਿਰਜਣਾ ਨੂੰ ਕਹੇ, ਬੀਜੀ ਨੇ ਆਪਣੀ ਨੂੰ ਸਿਰਜਣਾ ਨੂੰ ਕਹੇ। ਇਸ ਵਾਰਤਾਲਾਪ ਅਨੁਸਾਰ ਸੱਸ ਕਿੰਨੀ ਜਾਇਦਾਦ ਦੀ ਮਾਲਕ ਹੈ? 40 ਕਿੱਲੇ ਪੈਲੀ ਔਰ ਸ਼ੈਲਰ ਦੀ ਮਾਲਕ ਹੈ। ਤੀਸਰਾ ਹੈ, ਸੱਸ ਆਪਣੀ ਨੂੰਹ ਤੋਂ ਕਿਸ ਗੱਲ ਦੀ ਮੰਗ ਕਰਦੀ ਹੈ? ਉਹ ਆਪਣੀ ਇਤਨੀ ਜ਼ਿਆਦਾ ਜਾਇਦਾਦ ਨੂੰ ਸਾਂਭਣ ਵਾਲਾ ਵਾਰਸ ਮੰਗਦੀ ਹੈ, ਯਾਨੀ ਮੁੰਡਾ ਮੰਗਦੀ ਹੈ, ਯਾਨੀ ਆਪਣਾ ਪੋਤਾ ਮੰਗਦੀ ਹੈ, ਕਿਉਂਕਿ ਉਸਦੀ ਪੋਤੀ ਪਹਿਲੇ ਤੋਂ ਹੈ ਤੇ ਉਹ ਚਾਹੁੰਦੀ ਹੈ ਕਿ ਪੋਤਾ ਹੋ ਜਾਏ, ਉਸਦੀ ਜਾਇਦਾਦ ਨੂੰ ਸਾਂਭਣ ਵਾਲਾ ਆ ਜਾਵੇ। ਦੂਜਾ ਡਾਇਲੌਗ ਹੈ ਵਾਰਤਾਲਾਪ, ਉਹ ਤੂੰ ਇੰਨੀ ਗੱਲ ਹੀ ਮੈਨੂੰ ਫੋਨ ਕਰ ਦਿੱਤਾ, ਤੈਨੂੰ ਪਤਾ ਹੈ ਆਫਿਸ 'ਚ ਕਿੰਨੀ ਜ਼ਰੂਰੀ ਮੀਟਿੰਗ ਚੱਲ ਰਹੀ ਹੈ, ਨਾਲੇ ਜੋ ਬੀਜੀ ਕਹਿ ਰਹੇ ਨੇ ਤਾਂ ਠੀਕ ਹੀ ਕਹਿ ਰਹੇ ਹੋਣਗੇ, ਤੂੰ ਕਰ ਲੈ ਜਿਵੇਂ ਉਹ ਕਹਿੰਦੇ ਨੇ, ਮੈਂ ਬਿਜ਼ੀ ਹਾਂ ਇਸ ਵੇਲੇ। ਇਹ ਵਾਰਤਾਲਾਪ ਹੈ। ਇਸ ਦਾ ਪ੍ਰਸ਼ਨ ਬਣਦਾ ਹੈ ਵੀ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਇਹ ਸ਼ਬਦ ਪਤੀ ਕੁਲਦੀਪ ਨੇ ਫੋਨ ਤੇ ਆਪਣੀ ਪਤਨੀ ਸਿਰਜਣਾ ਨੂੰ ਕਹੇ। ਕੁਲਦੀਪ ਆਪਣੀ ਪਤਨੀ ਸਿਰਜਣਾ ਵੱਲੋਂ ਆਏ ਫੋਨ ਤੋਂ ਨਾਰਾਜ਼ ਕਿਉਂ ਹੈ? क्योंकि इसमें जरूरी मीटिंग चल रही है तो उसने इस निक्की जी गल पिछे उसनों परेशान किया फोन करके, निक्की जी गल। अगला प्रश्न है, कुलदीप अपनी पत्नी नूं बीजी दी किहड़ी गल मनण लई आखदा है कि वह स्कैनिंग करा लवे और जेकर उसकी कुख विच कुड़ी है तो उसनूं खत्म करवा देवे, यह उसनूं कहना चाहता है। अगला है ईड़ी कि इकल्ली तां मैं सी, इकल्ली तां मैं सी बीजी ਹੁਣ ਤਾਂ ਮੇਰੇ ਨਾਲ ਮੈਂ ਹੈ, ਯਾਨੀ ਸਵਾਭਿਮਾਨ ਅਣਖ ਆਪਣੀ ਕੁੱਖ ਤੇ ਹੱਥ ਰੱਖ ਕੇ ਮੇਰੀ ਸਿਰਜਣਾ ਹੈ। ਤੁਸੀਂ ਦੇਖਣਾ ਇੱਕ ਦਿਨ ਇਹ ਸਿਰਜਣਾ ਇੱਕ ਰੁੱਖ ਬਣ ਕੇ ਇਸ ਧਰਤੀ ਉੱਤੇ ਪੁੰਗਰੇਗੀ, ਮੌਲੇਗੀ ਔਰ ਅਸਮਾਨ ਤੱਕ ਉੱਚਾ ਉੱਠੇਗੀ। ਫਿਰ ਕਦੇ ਕੋਈ ਸਿਰਜਣਾ ਕੁੱਖ ਵਿੱਚ ਕਤਲ ਨਹੀਂ, ਯਾਨੀ ਕੋਈ ਕੁੜੀ ਕੁੱਖ ਵਿੱਚ ਨਹੀਂ ਮਾਰੀ ਜਾਏਗੀ। ਪ੍ਰਸ਼ਨ ਹੈ, ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਇਹ ਸ਼ਬਦ ਸਿਰਜਣਾ ਨੇ ਬੀਜੀ ਨੂੰ ਕਹੇ, ਸਿਰਜਣਾ ਨੇ ਆਪਣੀ ਸੱਸ ਬੀਜੀ ਨੂੰ ਕਹੇ। ਦੂਸਰਾ ਪ੍ਰਸ਼ਨ ਹੈ, ਇਸ ਵਾਰਤਾਲਾਪ ਵਿੱਚ ਸਿਰਜਣਾ ਨੇ ਸਿਰਜਣਾ ਸ਼ਬਦ ਕਿਸ ਲਈ ਵਰਤਿਆ ਹੈ? ਇਸ ਵਾਰਤਾਲਾਪ ਵਿੱਚ ਸਿਰਜਣਾ ਤੋਂ ਭਾਵ ਹੈ ਵੀ ਆਪਣੀ ਕੁੱਖ ਤੋਂ ਧੀ ਨੂੰ ਖੁਸ਼ੀ-ਖੁਸ਼ੀ ਜਨਮ ਦੇਗੀ, ਉਸ ਨੂੰ ਉੱਚੀਆਂ ਮੰਜ਼ਲਾਂ ਉੱਤੇ ਸ਼ਿਖਰਾਂ ਤੱਕ ਪਹੁੰਚਣ ਵਿੱਚ ਉਸ ਨੂੰ ਮਦਦ ਕਰੇਗੀ। ਤੀਸਰਾ ਪ੍ਰਸ਼ਨ ਹੈ, ਇਸ ਵਾਰਤਾਲਾਪ ਵਿੱਚ ਸਿਰਜਣਾ ਸਮਾਜ ਨੂੰ ਕੀ ਸੁਨੇਹਾ ਦੇ ਰਹੀ ਹੈ? ਇਸੇ ਦੱਸਾਂਗੇ ਵੀ ਧੀ ਧਰਤੀ ਦਾ ਬੋਝ ਨਹੀਂ ਹੈ, ਉਸ ਨੂੰ ਜਨਮ ਲੈਣ ਦਾ, ਜਨਮ ਲੈ ਕੇ ਗਿਆਨ ਪ੍ਰਾਪਤ ਕਰਨ ਦਾ, ਉਹ ਤਰੱਕੀ ਕਰਨ ਦਾ ਜਾਂ ਉੱਚੀਆਂ ਪ੍ਰਾਪਤੀਆਂ ਕਰਨ ਦਾ ਉਸ ਨੂੰ ਹੱਕ ਹੈ। ਧੀ ਨੂੰ ਆਪਣੇ ਜ਼ਿੰਦਗੀ ਦੀ ਕਾਮਯਾਬੀ ਦੇ ਸ਼ਿਖਰ ਤੱਕ ਪਹੁੰਚਣ ਦਾ ਪੂਰਾ ਅਧਿਕਾਰ ਹੈ ਔਰ ਇਸ ਕੰਮ ਵਿੱਚ ਔਰਤ ਹੀ ਔਰਤ ਦੀ ਜਾਂ ਧੀ ਦੀ ਮਦਦ ਕਰ ਸਕਦੀ ਹੈ। ਹੁਣ ਅਗਲੀ ਗੱਲ ਆਉਂਦੀ ਹੈ ਚਰਿੱਤਰ ਚਿੱਤਰਣ, ਯਾਨੀ ਪਾਤਰ ਚਿੱਤਰਣ, ਕਰੈਕਟਰ ਸਕੈਚ ਆਉਂਦੀ ਹੈ। ਇਸ ਵਿੱਚ ਜੋ ਪਹਿਲਾ ਪਾਤਰ ਉਸਾਰੀ ਵਿੱਚ ਪਾਤਰ ਹੈ ਉਹ ਹੈ ਬੀਜੀ। ਹੁਣ ਇਸ ਪਾਤਰ ਚਿੱਤਰਣ ਦੀ ਸ਼ੁਰੂਆਤ ਕਿੱਦਾਂ ਕਰਨੀ? ਅਸੀਂ ਲਿਖਾਂਗੇ, ਬੀਜੀ ਸਿਰਜਣਾ ਇਕਾਂਗੀ ਦੀ ਇੱਕ ਅਹਿਮ ਪਾਤਰ ਹੈ ਜਿਸ ਨੂੰ ਇਕਾਂਗੀਕਾਰ ਪਾਲੀ ਭੁਪਿੰਦਰ ਸਿੰਘ ਨੇ ਬੜੇ ਚੰਗੇ ਤਰੀਕੇ ਨਾਲ ਘੜਿਆ ਹੈ, ਚਰਿੱਤਰ ਨੂੰ ਘੜਿਆ ਹੈ। ਉਹ 40 ਕਿੱਲੇ ਜ਼ਮੀਨ ਦੀ ਮਾਲਕ ਅਤੇ ਇੱਕ ਸ਼ੈਲਰ ਦੀ ਮਾਲਕ ਹੈ। ਉਸ ਦਾ ਚੰਗਾ ਪਰਿਵਾਰ ਹੈ, ਉਸ ਦਾ ਪੁੱਤਰ ਕੁਲਦੀਪ, ਨੂੰਹ ਸਿਰਜਣਾ ਔਰ ਇੱਕ ਪੋਤੀ ਹੈ। ਜਦੋਂ ਉਸ ਦੀ ਨੂੰਹ ਦੁਬਾਰਾ ਗਰਭਵਤੀ ਹੁੰਦੀ ਹੈ ਤੇ ਉਸ ਨੂੰ ਆਪਣੇ ਆਸ ਹੈ ਆਪਣੇ ਪੋਤੇ ਯਾਨੀ ਇੱਕ ਪੁੱਤਰ ਵਾਰਸ ਚਾਹੀਦਾ ਹੈ। ਜੇ ਕੁੜੀ ਹੋਏ ਤਾਂ ਸਿਰਜਣਾ ਨੂੰ ਕਹਿ ਕੇ, ਸਿਰਜਣਾ ਤੇ ਜ਼ੋਰ ਪਾ ਕੇ ਉਹ ਉਸ ਨੂੰ ਮਰਵਾਉਣ ਦੀ ਗੱਲ ਕਰਦੀ ਹੈ। ਪਹਿਲੇ ਸਕੈਨਿੰਗ ਦੇ ਡਾਕਟਰ ਕੋਲ ਜਾਂਦੀ ਹੈ, ਇਸ ਤੋਂ ਇਲਾਵਾ ਉਸ ਨੂੰ ਫਿਰ ਮਰਵਾਉਣ ਦੀ ਗੱਲ ਕਰਦੀ ਹੈ ਤੇ ਉਸ ਅੱਗੇ ਕਿਸ ਦੀ ਪੇਸ਼ ਨਹੀਂ ਜਾਂਦੀ। ਇਸ ਤਰ੍ਹਾਂ ਦਾ ਤਾਨਾਸ਼ਾਹੀ ਰਵੱਈਆ ਹੈ, ਯਾਨੀ ਕਿਸੇ ਦੀ ਮਰਜ਼ੀ ਨੂੰ ਉਹ ਮੰਨ ਕੇ ਰਾਜੀ ਨਹੀਂ ਬੀਜੀ। ਅਗਲਾ ਪੁਆਇੰਟ ਲਿਖਾਂਗੇ, ਪਦਾਰਥਵਾਦੀ ਵਿਚਾਰਧਾਰਾ ਵਾਲੀ ਹੈ। ਉਹ ਪ੍ਰਾਪਰਟੀ ਕਲਚਰ ਦਾ ਹਿੱਸਾ ਹੈ ਜਿਸ ਵਿੱਚ ਆਪਣੀ ਇਕੱਠੀ ਕੀਤੀ ਪ੍ਰਾਪਰਟੀ ਨੂੰ ਆਪਣੀਆਂ ਧੀਆਂ ਵਿੱਚ ਦਾਜ ਦੇ ਰੂਪ ਵਿੱਚ ਦੇਣ ਦੀ ਨਹੀਂ, ਸਗੋਂ ਕਿਸੇ ਦੂਜੇ ਦੀ ਧੀ ਨੂੰ ਆਪਣੇ ਘਰ ਵਿਆਹ ਕੇ ਲਿਆਉਣ ਵਿੱਚ ਉਸ ਦੀ ਪ੍ਰਾਪਰਟੀ ਹਾਸਲ ਕਰਨ ਦੀ ਇੱਛਾ ਰਹਿੰਦੀ ਹੈ। ਉਹ ਪਦਾਰਥਵਾਦੀ ਹੈ, ਇਸ ਕਰਕੇ ਪ੍ਰਾਪਰਟੀ ਕਲਚਰ ਵਿੱਚ ਉਹ ਯਕੀਨ ਕਰਦੀ ਹੈ। ਉਹ ਮਨੁੱਖਤਾਹੀਨ ਹੈ, ਉਹ ਕੁੜੀ ਔਰ ਮੁੰਡੇ ਦਾ ਵਿਤਕਰਾ ਕਰਦੀ ਹੈ।
ਕੁੜੀ ਨੂੰ ਕੁੱਖ ਵਿੱਚ ਮਰਵਾਉਣ ਵਿੱਚ ਇਹ ਜੋ ਭਾਰਾ ਦੋਸ਼ ਹੈ, ਭਾਰੀ ਪਾਪ ਹੈ, ਇਸ ਨੂੰ ਕਰਨ ਤੋਂ ਵੀ ਉਹ ਗੁਰੇਜ਼ ਨਹੀਂ ਕਰਦੇ। ਇਸ ਕਰਕੇ ਉਹ ਆਪਣੀ ਨੂੰਹ ਯਾਨੀ ਸਿਰਜਣਾ ਨੂੰ ਸਕੈਨਿੰਗ ਵਾਸਤੇ ਡਾਕਟਰ ਕੋਲ ਲੈ ਜਾਂਦੀ ਹੈ। ਤੇ ਜਦੋਂ ਸਿਰਜਣਾ ਉਸ ਨੂੰ ਇਸ ਕਾਰਜ ਲਈ ਮਨਾ ਕਰਦੀ ਹੈ ਤੇ ਉਹ ਕਹਿੰਦੀ ਜੇ ਤੂੰ ਆਪਣੀ ਮਰਜ਼ੀ ਕਰਨੀ ਹੈ ਤਾਂ ਮੇਰੇ ਘਰੋਂ ਨਿਕਲ ਜਾ, ਆਪਣੇ ਮਾਪਿਆਂ ਕੋਲ ਚਲ ਜਾ। ਹਾਂ, ਜੇ ਤੇਰਾ ਪਤੀ ਕੁਲਦੀਪ ਇਸ ਗੱਲ ਵੀ ਤੇਰੀ ਜਿਹੜੀ ਹਾਮੀ ਭਰਦਾ, ਤੇਰੀ ਮਦਦ ਕਰਦਾ, ਤੇਰੇ ਸਾਥ ਹੈ, ਤਾਂ ਪਤੀ ਨੂੰ ਵੀ ਲੈ ਕੇ ਚਲੀ ਜਾ। ਇਸ ਦਾ ਭਾਵ ਹੈ ਕਿ ਉਹ ਇੱਕ ਤਰਸਹੀਣ ਬਜ਼ੁਰਗ ਔਰਤ ਹੈ ਜੋ ਨਾਰੀ ਹੋਣ ਦੇ ਬਾਵਜੂਦ ਵੀ ਕੁੜੀ ਨੂੰ ਜਾਂ ਧੀ ਨੂੰ ਇੱਕ ਬੋਝ ਸਮਝਦੀ ਹੈ। ਜੇ ਦੂਸਰਾ ਚਰਿੱਤਰ ਚਿੱਤਰਨ ਕਰਦੇ ਹਾਂ, ਦੂਸਰਾ ਹੈ ਸਿਰਜਣਾ ਦਾ। ਸਿਰਜਣਾ ਉਮਰ ਹੈ 28 ਤੋਂ 29 ਸਾਲ। ਫਿਰ ਅਸੀਂ ਉਹੀ ਗੱਲ ਕਰਾਂਗੇ ਵੀ ਸਿਰਜਣਾ ਇਕਾਂਗੀ ਸਿਰਜਣਾ ਦੀ ਇੱਕ ਮਹੱਤਵਪੂਰਨ ਜਾਂ ਮੁੱਖ ਪਾਤਰ ਹੈ ਜਿਸ ਨੂੰ ਇਕਾਂਗੀਕਾਰ ਪਾਲੀ ਭੁਪਿੰਦਰ ਸਿੰਘ ਨੇ ਬੜੇ ਸੁੰਦਰ ਤਰੀਕੇ ਨਾਲ ਘੜਿਆ ਹੈ ਉਸਦੇ ਚਰਿੱਤਰ ਨੂੰ। ਫਿਰ ਅਸੀਂ ਕਹਾਂਗੇ ਉਸ ਦੀ ਉਮਰ 28 ਤੋਂ 29 ਸਾਲ ਹੈ। ਫਿਰ ਉਸਦੇ ਪਰਿਵਾਰ ਦੀ ਗੱਲ ਕਰਾਂਗੇ ਵੀ ਸਿਰਜਣਾ ਇੱਕ ਅਮੀਰ ਪਰਿਵਾਰ ਦੀ ਨੂੰਹ ਹੈ। ਘਰ ਵਿੱਚ ਉਸਦੀ ਸੱਸ ਯਾਨੀ ਜਿਸ ਨੂੰ ਬੀਜੀ ਆਖਦੇ ਨੇ, ਉਸਦਾ ਪਤੀ ਕੁਲਦੀਪ ਔਰ ਇੱਕ ਛੋਟੀ ਉਸਦੀ ਧੀ ਹੈ। ਉਹ ਹੁਣ ਆਸ ਤੇ ਨਹੀਂ, ਉਹ ਗਰਭਵਤੀ ਹੈ। ਐਸੀ ਪਰਿਵਾਰ ਦੀ ਗੱਲ। ਫਿਰ ਅਸੀਂ ਕਹਾਂਗੇ ਵੀ ਉਹ ਨੌਕਰੀ ਕਰਦੀ ਹੈ ਔਰ ਆਤਮ ਨਿਰਭਰ ਹੈ ਔਰ ਉਹਦੇ ਕੋਲ ਇੱਕ ਧੀ ਵੀ ਹੈ ਯਾਨੀ ਉਸਦੀ ਇੱਕ ਬੇਟੀ ਵੀ ਹੈ। ਜਦੋਂ ਉਸ ਨੂੰ ਮੁੜ ਆਸ ਬਚਦੀ ਹੈ ਯਾਨੀ ਉਹ ਗਰਭਵਤੀ ਹੋ ਜਾਂਦੀ ਹੈ ਤਾਂ ਫਿਰ ਉਸਦੀ ਸੱਸ ਉਸ ਉੱਤੇ ਇਸ ਗੱਲ ਦਾ ਦਬਾਅ ਪਾਉਂਦੀ ਹੈ ਕਿ ਡਾਕਟਰ ਨੂੰ ਮਿਲ ਕੇ ਅਤੇ ਉਹ ਉਸ ਜੇ ਹੋਣ ਵਾਲਾ ਬੱਚਾ ਕੁੜੀ ਹੈ ਤੇ ਉਸ ਨੂੰ ਮਰਵਾ ਦੇਵੇ। ਪਰੰਤੂ ਜੋ ਸਿਰਜਣਾ ਹੈ ਇਸ ਗੱਲ ਨੂੰ ਇਨਕਾਰ ਕਰ ਦਿੰਦੀ ਹੈ। ਅਗਲੀ ਗੱਲ ਹੈ ਵੀ ਜੋ ਉਹ ਕੁੜੀ ਮੁੰਡੇ ਦਾ ਜੋ ਭੇਦਭਾਵ ਹੈ ਭਾਰਤੀ ਸਮਾਜ ਵਿੱਚ ਜਾਂ ਖਾਸ ਕਰ ਪੰਜਾਬੀ ਸਮਾਜ ਵਿੱਚ, ਉਸ ਕੁੜੀ ਮੁੰਡੇ ਦੇ ਫਰਕ ਨੂੰ ਨਹੀਂ ਸਮਝਦੀ। ਉਹ ਦੋਹਾਂ ਨੂੰ ਬਰਾਬਰ ਸਮਝਦੀ ਹੈ। ਉਸ ਨੂੰ ਦੋਹਾਂ ਵਿੱਚ ਕੋਈ ਵੀ ਹੋ ਜਾਂਦਾ ਮੁੰਡਾ ਜਾਂ ਕੁੜੀ, ਉਸ ਨੂੰ ਉਹ ਚੰਗੀ ਤਰ੍ਹਾਂ ਸਵੀਕਾਰ ਕਰਨ ਨੂੰ ਤਿਆਰ ਹੈ। ਅਗਲੀ ਗੱਲ, ਉਹ ਪਰੇਸ਼ਾਨ ਤੇ ਮਜਬੂਰ ਔਰਤ ਨਜ਼ਰ ਆਉਂਦੀ ਹੈ ਕਿਉਂਕਿ ਉਸ ਦਾ ਪਰਿਵਾਰ, ਕਿਉਂਕਿ ਉਸ ਦੀ ਸੱਸ ਅਤੇ ਪਤੀ ਵੀ ਉਸ ਨੂੰ ਉਸ ਦੀ ਮਰਜ਼ੀ ਦੇ ਖਿਲਾਫ ਜੇਕਰ ਉਸ ਦੀ ਕੁੱਖ ਵਿੱਚ ਕੋਈ ਬੱਚੀ ਹੈ ਤਾਂ ਉਸ ਨੂੰ ਮਰਵਾਉਣ ਲਈ ਉਸ ਨੂੰ ਮਜਬੂਰ ਕਰਦੇ ਨੇ, ਜਿਸ ਕਰਕੇ ਉਹ ਨਾ ਚਾਹੁੰਦੇ ਹੋਏ ਵੀ ਇਸ ਕਾਰਜ 'ਚ ਉੱਥੇ ਜਾਂਦੀ ਹੈ ਔਰ ਪਰੇਸ਼ਾਨ ਤੇ ਮਜਬੂਰ ਨਜ਼ਰ ਆਉਂਦੀ ਹੈ। ਦਲੀਲਬਾਜ਼ ਹੈ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਮੇਰੀ ਸੱਸ ਹੋਣ ਵਾਲੇ ਬੱਚੇ ਨੂੰ ਜੇਕਰ ਧੀ ਹੈ ਤੇ ਮਰਵਾਉਣਾ ਚਾਹੁੰਦੀ ਹੈ ਤੇ ਫਿਰ ਦਲੀਲਾਂ ਦੇ ਕੇ ਆਪਣੀ ਸੱਸ ਨੂੰ ਨਿਰੁੱਤਰ ਕਰਨ ਦੀ, ਉਸ ਨੂੰ ਮਜਬੂਰ ਕਰਨ ਦੀ, ਉਸ ਨੂੰ ਮਨਵਾਉਣ ਦੀ ਕੋਸ਼ਿਸ਼ ਕਰਦੀ ਹੈ। ਇੱਕ ਸੰਵੇਦਨਸ਼ੀਲ ਮਾਂ ਹੈ, ਜਦੋਂ ਉਸ ਨੂੰ ਪਤਾ ਲੱਗਦਾ ਹੈ ਉਸ ਦੀ ਕੁੱਖ ਵਿੱਚ ਇੱਕ ਜੀਵਨ ਪਲ ਰਿਹਾ ਹੈ ਤਾਂ ਉਹ ਚਾਹੁੰਦੀ ਹੈ ਕਿ ਇਹ ਜੀਵਨ, ਇਸ ਨੂੰ ਮੈਂ ਧਰਤੀ ਤੇ ਲੈ ਕੇ ਆਵਾਂ, ਭਾਵੇਂ ਉਹ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ, ਉਸ ਨੂੰ ਜੀਉਣ ਦਾ ਪੂਰਾ ਹੱਕ ਹੈ। ਇਹ ਤਾਂ ਕੋਈ ਡਾਇਲੌਗਸ ਵਿੱਚ ਤੁਸੀਂ ਲਿਖ ਸਕਦੇ ਹੋ। ਫਿਰ ਉਹ ਵਿਰੋਧੀ ਅਵਸਥਾ ਡਟ ਜਾਣ ਵਾਲੀ ਹੈ ਜਦੋਂ ਉਸ ਨੂੰ ਪੂਰਾ ਇਹ ਪਤਾ ਲੱਗ ਜਾਂਦਾ ਹੈ ਉਸ ਦੀ ਸੱਸ ਉਸ ਦੀ ਵਿਰੋਧੀ ਹੈ, ਉਹ ਵੀ ਬੱਚੇ ਨੂੰ ਮਰਵਾਉਣਾ ਚਾਹੁੰਦੇ ਬੱਚੀ ਨੂੰ। ਹਾਂ, ਉਸ ਦਾ ਪਤੀ ਜੋ ਕੁਲਦੀਪ ਹੈ ਉਹ ਵੀ ਆਪਣੀ ਮਾਂ ਦੀ ਹਾਮੀ ਭਰਦਾ ਹੈ, ਮਾਂ ਦੀ ਗੱਲ ਮੰਨਣ ਲਈ ਉਸ ਨੂੰ ਨਸੀਹਤ ਦਿੰਦਾ ਹੈ ਤਾਂ ਇਸ ਫੈਸਲੇ ਦੇ ਖਿਲਾਫ ਡਟ ਜਾਂਦੀ ਹੈ ਅਤੇ ਆਪਣਾ ਘਰ, ਆਪਣਾ ਪਤੀ, ਆਪਣੇ ਇਤਨੇ ਵੱਡੇ ਰੱਜੇ ਪੁੱਜੇ ਘਰ ਨੂੰ ਛੱਡਣ ਲਈ ਤਿਆਰ ਹੋ ਜਾਂਦੀ ਹੈ। ਤੇ ਇਸ ਤਰ੍ਹਾਂ ਇੱਕ ਵਿਸ਼ੇਸ਼ ਇਸਤਰੀ ਬਣ ਕੇ ਸਾਹਮਣੇ ਆਉਂਦੀ ਹੈ ਕਿਉਂਕਿ ਉਸਨੇ ਇੱਕ ਖਾਸ ਸ਼ੁਰੂਆਤ ਕੀਤੀ ਹੈ ਸਮਾਜ ਦੇ ਉਸ ਰੂੜੀਵਾਦੀ ਵਿਚਾਰਧਾਰਾ ਨੂੰ ਇਨਕਾਰ ਕਰਕੇ ਇੱਕ ਅਗਾਂਹ ਵਧੂ, ਇੱਕ ਆਧੁਨਿਕ ਵਿਚਾਰਧਾਰਾ ਜਿਸ ਵਿੱਚ ਮੁੰਡੇ ਔਰ ਕੁੜੀ ਨੂੰ ਬਰਾਬਰ ਦੇ ਹੱਕ ਨੇ। ਅਗਲਾ ਚਰਿੱਤਰ ਚਿੱਤਰਣ ਹੈ ਕੁਲਦੀਪ ਦਾ। ਫਿਰ ਅਸੀਂ ਗੱਲ ਕਰਾਂਗੇ ਵੀ ਕੁਲਦੀਪ ਇਕਾਂਗੀ ਸਿਰਜਣਾ ਦਾ ਇੱਕ ਅਹਿਮ ਪਾਤਰ ਹੈ ਜਿਸ ਨੂੰ ਇਕਾਂਗੀਕਾਰ ਪਾਲੀ ਭੁਪਿੰਦਰ ਸਿੰਘ ਨੇ ਬੜੇ ਚੰਗੇ ਤਰੀਕੇ ਨਾਲ ਉਸ ਨੂੰ ਸਿਰਜਿਆ ਹੈ। ਫਿਰ ਅਸੀਂ ਉਸਦੇ ਪਰਿਵਾਰ ਦੀ ਗੱਲ ਕਰਾਂਗੇ। ਕੁਲਦੀਪ ਇੱਕ ਅਮੀਰ ਖਾਨਦਾਨ ਦਾ ਇਕਲੌਤਾ ਵਾਰਿਸ ਹੈ। ਉਸ ਦੀ ਬੀਜੀ ਯਾਨੀ ਉਸ ਦੀ ਜੋ ਮਾਂ ਹੈ ਬੀਜੀ, ਉਹ ਉਸ ਨੂੰ ਆਪਣੇ ਇਸ਼ਾਰਿਆਂ ਤੇ ਚਲਾਉਣਾ ਚਾਹੁੰਦੀ ਹੈ। ਉਸ ਦੀ ਪਤਨੀ ਸਿਰਜਣਾ ਇੱਕ ਜਵਾਨ, ਪੜ੍ਹੀ ਲਿਖੀ, ਸਮਝਦਾਰ ਔਰ ਦ੍ਰਿੜ ਇਰਾਦੇ ਵਾਲੀ ਇਸਤਰੀ ਹੈ, ਨਾਲ ਹੀ ਨੌਕਰੀਸ਼ੁਦਾ ਹੈ ਤੇ ਉਸ ਦੀ ਇੱਕ ਧੀ ਵੀ ਹੈ। ਇਹ ਸਾਰਾ ਉਸਦੇ ਪਰਿਵਾਰ ਦੀ ਗੱਲ ਆ ਗਈ। ਫਿਰ ਅਸੀਂ ਕਰਾਂਗੇ ਉਹ ਇੱਕ ਬਹੁਤ ਵੱਡੀ ਜਾਇਦਾਦ ਦਾ ਇਕੱਲਾ ਵਾਰਿਸ ਹੈ ਕਿਉਂਕਿ ਉਸ ਕੋਲ 40 ਕਿੱਲੇ ਜ਼ਮੀਨ, ਇੱਕ ਸ਼ੈਲਰ ਹੈ, ਇਹਨੇ ਬਹੁਤ ਅਮੀਰ ਆਦਮੀ ਹੈ। ਦੂਸਰਾ, ਉਹ ਇਸ ਨਾਟਕ ਦੀ ਇਕਾਂਗੀ ਦੀ ਜੋ ਸਮੱਸਿਆ ਹੈ ਵੀ ਜੋ ਸੱਸ ਹੈ, ਜੋ ਬੀਜੀ ਹੈ, ਉਹ ਜੇ ਹੋਣ ਵਾਲਾ ਬੱਚਾ ਕੁੜੀ ਹੈ ਤੇ ਉਸ ਨੂੰ ਉਸ ਦੀ ਭਰੂਣ ਹੱਤਿਆ ਕਰਾਉਣਾ ਚਾਹੁੰਦੀ ਹੈ, ਉਸ ਨੂੰ ਸਮੱਸਿਆ ਨਾਲ ਕੋਈ ਸਰੋਕਾਰ ਨਹੀਂ, ਲੈਣਾ ਦੇਣਾ ਨਹੀਂ ਹੈ। ਉਹ ਜਦੋਂ ਫੋਨ ਕਰਕੇ ਸਿਰਜਣਾ ਉਸ ਕੋਲੋਂ ਇਸ ਬਹੁਤ ਦੁਖਦਾਈ ਕਾਰਜ ਨੂੰ ਰੋਕਣ ਲਈ ਔਰ ਆਪਣੀ ਮਦਦ ਮੰਗਦੀ ਹੈ ਤਾਂ ਉਸ ਨੂੰ ਸਾਫ਼ ਇਨਕਾਰ ਕਰਦਾ ਹੈ ਕਿ ਬੀਜੀ ਜੋ ਕਰੇਗੀ ਉਹ ਠੀਕ ਕਰੇਗੀ। ਇੱਥੇ ਬਾਅਦ 'ਚ ਪਤਾ ਲੱਗਦਾ ਹੈ ਕਿ ਕੁਲਦੀਪ ਇੱਥੇ ਉਹ ਆਪਣੀ ਪਤਨੀ ਸਿਰਜਣਾ ਦੀ ਪਰਖ ਕਰਦਾ ਹੈ ਕਿ ਐਸੇ ਔਖੇ ਸਮੇਂ ਉਹ ਕੀ ਸਟੈਂਡ ਲੈਂਦੀ ਹੈ। ਜਦੋਂ ਉਹ ਸਟੈਂਡ ਲੈ ਲੈਂਦੀ ਹੈ ਆਪਣੀ ਬੱਚੀ, ਹੋਣ ਵਾਲੀ ਬੱਚੀ, ਸੰਭਾਵਿਤ ਬੱਚੀ ਦੇ ਲਈ, ਉਹ ਆਪਣਾ ਪਰਿਵਾਰ, ਆਪਣਾ ਖਾਨਦਾਨ, ਆਪਣੀ ਜਾਇਦਾਦ ਸਭ ਕੁਝ ਪਤੀ ਤੱਕ ਨੂੰ ਛੱਡਣ ਲਈ ਤਿਆਰ ਹੋ ਜਾਂਦੀ ਹੈ ਤਾਂ ਉਸ 'ਤੇ ਫਖਰ ਕਰਦਾ, ਮਾਣ ਮਹਿਸੂਸ ਕਰਦਾ। ਇਹਦਾ ਮਤਲਬ ਉਹ ਇੱਕ ਸਮਝਦਾਰ ਔਰ ਸੁਚੱਜਾ ਪਤੀ ਹੈ।
फिर अगला आंदा है डॉक्टर। चौथा जो चरित्र चित्रण है डॉक्टर का, फिर असी कहांगे भी डॉक्टर एकांगी सिरजना की एक अहम पात्र है जिसनों एकांगीकार पाली भुपिंदर सिंह ने बड़े जुगत नाल सिरजिया। फिर असी कहांगे डॉक्टर हस्पताल विच सेवा निभाउंदी है ते उस हस्पताल विच लिंग टैसट हुंदे है। लिंग टैसट के आधार पर लोग भ्रूण हत्या करने लई तैयार हो जाते हैं, परंतु इस एक समझदार और जिम्मेवार डॉक्टर होने के करके वो इस भ्रूण हत्या के खिलाफ है। वो सिरजना को भी नसीहत दिंदी है भी तुसीं पढ़े लिखे हो के मुंडे ते कुड़ी 'च फर्क क्यों करते हो, क्योंकि यह साडी सोसाइटी की समस्या, साडी सोसाइटी की प्रॉब्लम है। इस करके असी इकल्ले इसनूं चेंज नहीं कर सकते। इन्हां नसीहतां नाल पता लगता है कि वो एक जिम्मेवार डॉक्टर है। और जदों नाटक का अखीर हुंदा है वो अपने स्टैंड ते अड़ जाती है सिरजना कि मैं इस बच्ची नूं जन्म देंगी, तो उस डॉक्टर नूं बड़ी सौख महसूस होंदी है, वो बड़ा अंदरों हौला और मान भरिया महसूस करती है। इस तरह असी डॉक्टर बारे भी लिखा। लास्ट है मासी। जदों असी मासी बारे गल करते तो मासी कोई रिश्तेदार नहीं है, असी कहांगे भी मासी एकांगी सिरजना की एक निमन यानी छोटी पात्र है जिसनों एकांगीकार पाली भुपिंदर सिंह ने बड़े सुचज्जे ढंग नाल घड़िया है। फिर असीं कहांगे हस्पताल सफाई कर्मचारी है। इस तो इलावा वो बहुत तेज़ काम करती है, अपने काम नूं बड़ी तेज़ निपटाती है। उस विच तलखी वाला सुभाव भी है। तलखी का मतलब गुस्से काली वाला सुभाव भी है। जदों सिरजना ते उसकी सस यानी बीजी हस्पताल विच आंदे ने, पोचा ला रही है, इस काम तो उन्हां नाल नाराज़ हुंदी है। अगे गल करांगे वो नेक दिल है, भावें वो अपने आप का सुभाव जिहड़ा खौरा दिखाती है, तलखी वाला दिखाती है, पर एक नेक दिल है जो कि सिरजना के नेड़े होके उसके दुख नूं जिहड़ा ना वो महसूस करती है, उस नाल हमदर्दी व्यक्त करती है, हमदर्दी प्रगट करती है। परंतु वो सिरजना नूं समझौता करने लई कहती है कि वो अपने पति यानी कुलदीप की गल मान जाए, बीजी जो कहते वो कर लवे, तो फिर वो पुराने समय में भी याद करके उसनूं सलाहुंदी है कि पुराने समय जो मशीनां नहीं हुंदियां सी ते लोग जो भी जी रब वालों भेजा जाता सी उसनूं स्वीकार करके खुशी खुशी पालते सी। पर अजकल जिन्ना जो समाज है तरक्की करी जाता है, पढ़िया लिखिया हो जाता है, तो इन्हां मशीनां ने इस भ्रूण हत्या नूं जन्म दिता है। इस तो बाद असीं अपनी मर्जी नाल अनेकां संखेप उत्तर घड़ सकते हैं, जिवें कि पहला संखेप बन सकता है एकांगी का नाम की है सिरजना। सिरजना एकांगी का सिरजणकार कौन है यानी एकांगीकार कौन है, तो पाली भुपिंदर सिंह। फिर असीं लिखांगे कि बीजी सिरजना कुलदीप डॉक्टर मासी ए किस एकांगी के पात्र ने, असीं कहांगे सिरजना एकांगी दे। यह भी पूछा जा सकता है भी सिरजना का पति कौन है, कुलदीप। कुलदीप की पत्नी कौन है, सिरजना। सिरजना की उम्र कितनी है, 28-29 साल। हस्पताल विच बीजी अते सिरजना क्यों गए ने, लिंग टैसट लई स्कैनिंग कराउण जां अल्ट्रासाउंड कराउण। जे कुख विच बच्ची है तो बीजी की करना चाहते हैं, उस बच्ची का कतल कराना चाहती है यानी गर्भपात कराना चाहती है। सिरजना फोन ते किस नाल गल करती है, अपने पति कुलदीप नाल। कुलदीप की कहता है कि वो मीटिंग च बिजी है। बीजी किस नूं बदतमीज कहती है, मासी नूं बदतमीज कहती है। मासी कौन है, एक सफाई कर्मचारी सफाई सेविका है। अपनी असीम जायदाद नूं अपनी धियां भी दाज विच देण तो ज़्यादा किस चीज़ नूं चंगा समझदी है बीजी, असीं कहांगे गुरुद्वारे मंदिर नूं दान देण नूं अहमियत दिंदी है। कुलदीप ते बीजी किस कल्चर के अधीन उस होने वाली बच्ची नूं मारन लई तैयार ने, उस नूं असीं प्रॉपर्टी कल्चर कहांगे। कुलदीप क्यों खुश हुंदा है, क्योंकि उसकी पत्नी सिरजना ने जे होने वाला बच्चा कुड़ी है तो उसनूं खुशी खुशी स्वीकार करने की गल कीती ते नाल ही घर नूं छड्डण तक दी उसने फैसला कर लिया एक बच्ची नूं जन्म देण दी खातर। ऐसे छोटे छोटे कुछ प्रश्न जिसनूं तुसीं अपने आधार ते इस एकांगी नूं पढ़ के खुद तैयार कर सकते हो। इस नामां का ध्यान रखना है और कुछ नुकतियां का ध्यान रखना है। मैनूं आस है एकांगी तुहानूं पसंद आएगा। सिर्फ यह पढ़न की चीज़ नहीं, समाज विच बदलाव लियाउण लई तुहाडे वर्गे बच्चों की बहुत लोड़ है। इस तरह की विचारधारा तुसीं अपनाओ, दृढ़ तरीके नाल अपनाओ तां जो समाज विच पंजाब विच एक खुशहाल समाज बन सके। इजाजत दिओ। वाहिगुरू जी का खालसा, वाहिगुरू जी की फतेह। नवीं वीडियो समय सिर प्राप्त करने ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਜੇਕਰ ਇਹ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ।